गावे सोई तरे काल कलेश सब नाश सुख पावे सब दुख हरे ऐसा नाम अपार कोई भेद ना जाने जो जाने सो पार बाहर ना जग में जनमई राधा स्वामी गाय कर जन्म सफल कर ले यही नाम निज नाम है मन अपने ताले बैठक स्वामी अद्भुति राधार निरखने हमार और ना कोई लाख सके शोभा आगम अपार गोपत रूप जहाँ तारे राधा स्वामी नाम बिना में नहीं पावे जहाँ कोई राम करो बंदगी राधा स्वामी आगे दिन परताप जीव बहु जागे बारंबार करूं प्रणाम सतगुर परम ताम सतनाम आग आग जुगाद नाम संत स्वरूप छोड़ निज ताम आए जल नाव लगाई हमसे जीवन लिया चढ़ाई शब्द गिराया सूरत बताई कर्म परम से लिया बचाई दोहा कोट कोट करूं वंदना अरब खरब दंडोल राधा स्वामी मिल गए खुला भगति का सोत भगति सुनाई सबसे न्यारी वेद कते बनाता है विचारी सात पुरुष चौथे परिवासा संतन का सदा बिलासा सो कार दरसाया गुर पूरे बीन बजे जहाँ अचरज तूरे आगे अलख पुरुष दरबारा देखा
जाए सूरत से सारा, तिस पर आगम लोक एक न्यारा, संत सूरत कोई करत विहारा, तहाँ से दर से अटल अटारी, अद्भुत राधा स्वामी महल सवारी, सूरत हुई अतकार मगनानी, पुरशयनामी जाय समानी, सूरत हुई अतकार मगनानी, पुरशयनामी जाय समानी। राधा स्वामी। चलो आसा महला चौथा। आसा चौथी पातशाही। जिन्ना पेटिया मेरा पूरा, सत गुरु तन हर नाम दड़ावे, राम राजे जेना पेटिया मेरा पूरा, सत गुरु तन हर नाम दड़ावे, राम राजे दंडौत बंदन अनेक बार, सर्व कला समरथ, डोलन ते राखो प्रभु, नानक दे कर हाथ, लख खुशियां पात साहियां, जे सतगुर नदर करे, निमख एक हर नाम दे, मेरा मन तन शीतल होए। संतां के कारज आप खलोया, हर काम करावन आया राम, तरत सुहावी ताल सुहावा, विच अमृत जल छाया राम, अमृत जल छाया पूरन साज कराया, सगल मनोरथ पूरे, जय जयकार पया जग अंतर, लाथे सगल विसूरे, पूरन पुरख अचुत अविनाशी, जस बेद पुराणी गाया, अपना बिरद रख्या परमेश्वर, नानक नाम ते आया, अपना बिरद रख्या परमेश्वर, नानक नाम ते आया। अज दा हुक्मनामा चौथी पातशाही श्री गुरु रामदास जी महाराज जी का है। फरमाते हैं कि जिन्हों ने मेरे सतगुर नाल भेंट की है,
ਜਿਨ੍ਹਾਂ ਨੇ ਮੇਰੇ ਸਤਿਗੁਰ ਨੂੰ ਮਿਲਿਆ ਹੈ, ਜੋ ਵੀ ਕੋਈ ਮਿਲਿਆ ਹੈ, ਕਹਿੰਦੇ ਉਹਨਾਂ ਨੇ ਇੱਕੋ ਹੀ ਕੰਮ ਕੀਤਾ ਸਭ ਤੋਂ ਪਹਿਲਾਂ ਕਿ ਰਾਮ ਦਾ ਨਾਮ ਅੰਦਰ ਪੱਕਾ ਕਰ ਦਿੱਤਾ। ਜੇ ਸਤਿਗੁਰ ਨੂੰ ਮਿਲਾਂਗੇ ਤਾਂ ਰਾਮ ਦਾ ਨਾਮ ਪੱਕਾ ਹੋਏਗਾ। ਜੇ ਸਤਿਗੁਰ ਨੂੰ ਨਹੀਂ ਮਿਲੇ, ਜਿੰਨੇ ਮਰਜ਼ੀ ਨਾਮ ਜਪੀ ਜਾਓ, ਕਿਉਂਕਿ ਨਾਮ ਜੋ ਉਹਨੇ ਸਾਨੂੰ ਦੇਣਾ ਹੈ, ਉਹਨੇ ਆਪਣੀ ਕਮਾਈ ਦੇ ਵਿੱਚੋਂ ਦੇਣਾ ਹੈ। ਜੋ ਕਮਾਈ ਉਹਨੇ ਕੀਤੀ ਹੈ, ਉਹ ਕਮਾਈ ਦੇ ਵਿੱਚੋਂ ਜੋ ਕਿਣਕਾ ਸਾਨੂੰ ਮਿਲ ਗਿਆ, ਸਾਡੀ ਜੈ ਜੈਕਾਰ ਕਰਵਾ ਦੇਣੀ ਹੈ, ਕਿਉਂਕਿ ਸਤਿਗੁਰ ਪੂਰਾ ਹੈ। ਜਦੋਂ ਅਸੀਂ ਉਹਨੂੰ ਭੇਟ ਹੀ ਨਹੀਂ ਕੀਤੀ, ਅਜੇ ਉਹਨੂੰ ਮਿਲੇ ਹੀ ਨਹੀਂ, ਤਾਂ ਫਿਰ ਇਹਨਾਂ ਗੱਲਾਂ ਤੋਂ ਅਸੀਂ ਦੂਰ ਹੋ ਜਾਵਾਂਗੇ। ਸਤਿਗੁਰ ਜਿਸ ਤਰ੍ਹਾਂ ਇੱਕ ਸ਼ਬਦ ਹੈ ਮਹਾਰਾਜ ਦਾ, ਸਾਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ, ਸਾਤਰਤ ਪਈ ਹਰਿਆਵਲੀ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਸੇ ਜੰਤ ਪਏ ਹਰਿਆਵਲੇ। ਸਭ ਜੀਵ ਜੰਤੂ ਹਰੇ ਭਰੇ ਹੋ ਜਾਣਗੇ, ਖੁਸ਼ ਮਿਜਾਜ਼ ਹੋ ਜਾਣਗੇ, ਜਿਨ੍ਹਾਂ ਨੇ ਮੇਰੇ ਸਤਿਗੁਰ ਨੂੰ ਦੇਖ ਲਿਆ। ਇੰਨਾ ਕਰੰਟ ਹੈ ਉਹਨਾਂ ਦੇ ਵਿੱਚ, ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ। ਲੇਕਿਨ ਅਸੀਂ ਦੁਨੀਆ ਦੇ ਕੰਮਾਂ 'ਚ ਰੁੱਝ ਜਾਵਾਂਗੇ, ਮਨ ਪ੍ਰਸੰਨ ਹੋ ਜਾਏਗਾ, ਸਤਿਗੁਰ ਵਾਰੀ ਸਾਨੂੰ ਨੀਂਦ ਆਏਗੀ, ਅਸੀਂ ਉਹਨਾਂ ਦਾ ਧਿਆਨ ਲਾ ਨਹੀਂ ਸਕਦੇ। ਕੋਈ ਕੁਦਰਤ ਦੀ ਗੱਲ ਹੈ, ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਲੇਕਿਨ ਜੇ ਕਿਤੇ ਸੱਚੇ ਪਾਤਸ਼ਾਹ ਦੀ ਦਇਆ ਮਿਹਰ ਹੋ ਜਾਵੇ, ਜੇ ਕਿਤੇ, ਕਿਉਂਕਿ ਸਤਿਗੁਰ ਆਪ ਚਾਹੇ ਤਾਂ ਮਿਲਾ ਸਕਦਾ ਹੈ। ਅਸੀਂ ਸਤਿਗੁਰ ਦਾ ਹੱਥ ਫੜ ਲਈਏ ਨਾ, ਪਤਾ ਨਹੀਂ ਕਦੋਂ ਛੱਡ ਦੇਣਾ ਹੈ। ਸਾਡੇ ਹੱਥਾਂ 'ਚ ਤਾਕਤ ਨਹੀਂ, ਸਾਡੀਆਂ ਉਂਗਲਾਂ 'ਚ ਤਾਕਤ ਨਹੀਂ, ਅਸੀਂ ਜਦੋਂ ਮਰਜ਼ੀ ਹੱਥ ਛੱਡ ਸਕਦੇ ਹਾਂ। ਲੇਕਿਨ ਸਤਿਗੁਰ ਨੂੰ ਕਹੋ, ਸੱਚੇ ਪਾਤਸ਼ਾਹ ਤੂੰ ਮੇਰਾ ਗੁੱਟ ਫੜ ਲੈ, ਕਿਉਂਕਿ ਤੂੰ ਛੱਡਣਾ ਨਹੀਂ, ਮੈਂ ਛੱਡ ਦੇਣਾ। ਜਿਹਨੂੰ ਗੁਰੂ ਨੇ ਜਿਹਦੀ ਬਾਹ ਫੜ ਲਈ, ਬਾਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਉਹਨਾਂ ਨੇ ਕਿ ਬਾਹ ਪਕੜ ਗੁਰ ਕਾਢਿਆ, ਉਹਨਾਂ ਨੇ ਗੁੱਟ ਪਕੜ ਲਿਆ, ਫਿਰ ਉਹ ਕਿਤੇ ਇੱਧਰ ਉੱਧਰ ਨਹੀਂ ਹੋ ਸਕਦਾ, ਉਹ ਪਾਰ ਹੋ ਜਾਏਗਾ। ਇਸ ਕਰਕੇ ਬਾਹ ਫੜਨੀ ਹੈ ਸਤਿਗੁਰ ਦੀ। ਜਿੱਥੇ ਮੇਰੇ ਸਤਿਗੁਰ ਦੀ ਭੇਂਟ ਹੋ ਗਈ, ਜਿੱਥੇ ਮੇਰੇ ਸਤਿਗੁਰ ਦਾ ਮਿਲਾਪ ਹੋ ਗਿਆ, ਉੱਥੇ ਸਾਡਾ ਬੇੜਾ ਜਿਹੜਾ ਉਹ ਪਾਰ ਹੋ ਜਾਏਗਾ ਜੀ। ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ, ਜੋ ਹਰ ਨਾਮ ਧਿਆਵੇ। ਭੁੱਖ ਸਾਡੀ ਛੇਤੀ ਪੂਰੀ ਹੋ ਜਾਂਦੀ ਹੈ। ਜੇ ਕਿਸੇ ਨੂੰ 2 ਰੋਟੀਆਂ ਦੀ ਭੁੱਖ ਹੈ, 2 ਤੋਂ ਵੱਧ ਉਹਨੂੰ ਬਹੁਤ ਸਵਾਦ ਲੱਗਦੀ ਹੈ, ਉਹ 3 ਖਾ ਲਏਗਾ, 3.5 4 ਖਾ ਲਏਗਾ, ਭੁੱਖ ਤ੍ਰਿਪਤ ਹੋ ਜਾਏਗੀ। ਲੇਕਿਨ ਤ੍ਰਿਸ਼ਨਾ ਇੱਕ ਐਸੀ ਚੀਜ਼ ਹੈ ਜਿਹੜੀ ਤ੍ਰਿਪਤ ਹੋ ਹੀ ਨਹੀਂ ਸਕਦੀ। ਤੁਹਾਡੇ ਘਰ 10 ਵਰਿਆਂ ਦਾ ਅਨਾਜ ਪਿਆ, ਜਮਾ ਕੀਤਾ ਪਿਆ, ਰੋਟੀ ਦੀ ਚਿੰਤਾ ਨਹੀਂ, ਫਿਰ ਵੀ ਜੇ ਤੁਹਾਨੂੰ 2 ਬੋਰੀਆਂ ਹੋਰ ਮਿਲਦੀਆਂ, ਤੁਸੀਂ ਕਹੋਗੇ ਲਿਆਓ ਹੋਰ 2 ਮਹੀਨੇ ਸਹੀ। ਇਹ ਤ੍ਰਿਸ਼ਨਾ ਜਿਹੜੀ ਹੈ, ਇਹ ਹੋਰ ਲੰਬਾ ਸਮਾਂ ਹੋਰ ਵੱਧਦੀ ਜਾਂਦੀ ਹੈ। ਸੋ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੋ ਜਾਏਗਾ, ਉਦੋਂ ਨਾ ਭੁੱਖ ਰਹਿਣੀ ਹੈ, ਨਾ ਤ੍ਰਿਸ਼ਨਾ ਰਹਿਣੀ ਹੈ, ਸਭ ਕੁਝ ਸੰਤੁਸ਼ਟ ਹੋ ਜਾਏਗਾ, ਕਿਉਂਕਿ ਸਤਿਗੁਰ ਨੇ ਐਸੀ ਰਹਿਮਤ ਕਰ ਦਿੱਤੀ ਹੈ, ਐਸਾ ਹੱਥ ਮੇਰੇ ਸਿਰ ਤੇ ਰੱਖ ਦਿੱਤਾ ਹੈ, ਐਸੀ ਦ੍ਰਿਸ਼ਟੀ ਜਿਹੜੀ ਹੈ ਮੇਰੇ ਤੇ ਪਾ ਦਿੱਤੀ ਹੈ। ਨਾਨਕ ਨਦਰੀ ਨਜ਼ਰ ਨਿਹਾਲ, ਉਹਦੀ ਨਜ਼ਰ ਦੇ ਨਾਲ, ਉਹ ਨਜ਼ਰ ਵੇਖਿਆ ਨਹੀਂ ਤੇ ਨਿਹਾਲ ਜੀਵ ਹੋਇਆ ਨਹੀਂ। ਉਹ ਨਿਹਾਲ ਉਦੋਂ ਹੋਏਗਾ ਜਦੋਂ ਉਹਦੀ ਨਜ਼ਰ ਸਾਡੇ ਤੇ ਪਏਗੀ। ਸੋ ਉਹਦੀ ਤ੍ਰਿਸ਼ਨਾ ਭੁੱਖ ਸਭ ਉਤਰ ਜਾਏਗੀ, ਕੋਈ ਰਹੇਗੀ ਨਹੀਂ ਜੀ। ਜੋ ਹਰ ਹਰ ਨਾਮ ਧਿਆਇਂਦੇ, ਤਿਨ ਜਮ ਨੇੜ ਨਾ ਆਵੇ। ਜੋ ਹਰ ਹਰ ਨਾਮ ਤੇ ਆਏਂਦੇ, ਤਿਨ ਜਮ ਨੇੜ ਨਾ ਆਵੇ। ਕਿੱਡੀ ਵੱਡੀ ਛੋਟ ਦਿੱਤੀ ਹੈ। ਯਮ ਦਾ ਡਰ ਇੱਕ ਛੋਟੇ ਬੱਚੇ ਨੂੰ ਜਦੋਂ ਜਨਮ ਲੈਂਦਾ ਹੈ ਨਾ, ਉਹਨੂੰ ਸੁਰਤ ਵੀ ਨਹੀਂ, ਉਹਨੂੰ 2-4-10 ਦਿਨ ਦਾ ਹੋ ਜਾਂਦਾ, ਉਹਨੂੰ ਕੋਠੇ ਤੋਂ ਲਟਕਾ ਦਿਓ, ਕੰਬਣ ਲੱਗ ਜਾਏਗਾ। ਉਹਨੂੰ ਪਤਾ ਹੈ ਕਿ ਮੇਰੀ ਮੌਤ ਦਾ ਕਾਰਨ ਬਣ ਰਿਹਾ, ਉਹਨੂੰ ਡਰ ਲੱਗਦਾ। ਉਹਨੂੰ ਥੋੜਾ ਜਿਹਾ ਵੀ ਅਸੀਂ ਇੱਧਰ ਉੱਧਰ ਕਰਦੇ ਹਾਂ, ਉਹ ਰੋਣ ਲੱਗ ਜਾਂਦਾ, ਕਿਉਂਕਿ ਮੌਤ ਦਾ ਡਰ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਦਿਮਾਗ ਤੇ ਛਾਇਆ ਹੁੰਦਾ। ਲੇਕਿਨ ਜਿਹੜਾ ਮਾਲਕ ਨੂੰ ਯਾਦ ਕਰਦਾ ਹੈ, ਸਤਿਗੁਰ ਨੂੰ ਯਾਦ ਕਰਦਾ, ਉਹਦੇ ਦਿੱਤੇ ਨਾਮ ਨੂੰ ਧਿਆਉਂਦਾ ਹੈ, ਉਹਨੂੰ ਯਮ ਨੇੜ ਨਹੀਂ ਆ ਸਕਦਾ। ਕਿੰਨੀ ਏਡੀ ਵੱਡੀ ਛੋਟ ਤਾਂ ਹੋਰ ਮਿਲ ਹੀ ਨਹੀਂ ਸਕਦੀ। ਸਾਡੇ ਕੋਲ ਪੂੰਜੀ ਦਿੱਤੀ ਹੋਈ ਹੈ ਮਹਾਰਾਜ ਨੇ, ਅਸੀਂ ਬੜੇ ਅਮੀਰ ਹਾਂ, ਲੇਕਿਨ ਅਸੀਂ ਵਰਤ ਨਹੀਂ ਰਹੇ। ਅਸੀਂ ਘਰ ਦੇ ਵਿੱਚ ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ,
गिरा खोल नहीं जानते ताते पे कंगाल। भीखा जी कहते ने कोई भी भुखा नहीं, कोई भी खाली नहीं, भीखा भूखा को नहीं, सबकी गठड़ी लाल। हर एक दी गठड़ी विच हीरे जवाहरात लाल बजे हुए ने। पता क्यों नहीं? क्योंकि गिरा होंदा गंढ, गिरा खोल नहीं जानते, गंढ खोलनी नहीं आउंदी ताते पे कंगाल। इस करके कोल हुंदे होए भी असी कंगाल हाँ। जिस सतगुर ने सानू नाम की बख्शिश कर दी है तो यम जड़ा उत्थे नेड़े नहीं आ सकता। अजामल ने सारी जिंदगी पाप कीते, कोई कसर बाकी नहीं छड़ी, क्योंकि सोहना बहुत सी, सुंदर इन्ना सी कि जो गुरु कोल पढ़न गया हो, गुरु ने वेख्या कि जे नगरी दे विचों लंघ गया इनू तो लोगों ने छड़ना नहीं, बड़े बलावां मगर चिंबड़ जाणगियां। पुराने समय च भी कलयुग वापरदा सी, कलयुग अज ही नहीं, कलयुग सतयुग च भी वापरिया, कलयुग त्रेता च भी वापरिया, कलयुग द्वापर च भी वापरिया, हुण तां है ही कलयुग, हुण सतयुग भी वापर जांदा। कलयुग दे विच सतयुग भी आ जाता है, त्रेता भी आ जाता है। सो इस करके महाराज फरमाउंदे ने अजमल पापी जिहड़ा है वह भी किन्ने पाप कीते, लेकिन अंत समय उन्होंने मालिक याद आया, अंत समय सतगुर दे नाल लिव लग गई ओदी। उन्हें भी युक्ति दसी सी, लगदी नहीं सी, उन्हें युक्ति दसी सी कि तैनू मैं नाम दिता है, तेरे घर बेटा होएगा, वो बेटे का नाम नारायण रख ली। नारायण नूं तो तू याद नहीं करना, तेरा फसिया पिया दुनिया दे विच। उन्हें नारायण रख लिया नाम, उहदे नाल प्यार इन्ना सी उहदा कि उन्हें जदों मरण का समा आया नारायण नारायण वाजा मारे भी मेरे को नारायण नूं लैके आओ। उस वेले यम दे दूत भी आ गए, रामगण भी आ गए, दोनों पहुंच गए उत्थे। हुण वो कहंदे जीव साडा है, सारी जिंदगी पाप कीते ने। रामगण कहंदे साडा अंत समय नाम साडा लिया, महाराज दा लिया, ये तैनू किवें दे दिए। उन्हां दी लड़ाई हो गई तो उत्थे धर्मराज ने उन्हां नूं संदेश दिता है, जहां साधु गोबिंद भजन कीर्तन नानक मीत। धर्मराज ने अपने दूतां नूं कहा, जहां साधु गोबिंद भजन कीर्तन नानक नीत, ना हो ना तू ना छुटे निकट न जायो दूत। कहते जिथे राम दा ना आ गया अंत समय है दूतो, देखो ना हो मैं भी नहीं छुटना नहीं, जे किते तू कुछ कहता उन्होंने मैनू भी मेरी भी पुछ हो जानी है। ना हो ना तू ना छुटे, ना तुसी छुटना ना मैं छुटना, निकट ना जायो दूत। है दूतो ओदे कोल ना जायो जिन्हें मूहों राम दा नाम कह दिता, साडा ओदे ते कोई अधिकार नहीं, असी छड्ड दिता ओनू, आपे रामगण जानन। सो इस करके इन्नी उपमा है राम दे नाम दी कि गुरु दे दिते हुए नाम नूं जे असी याद रखांगे, जे असी ध्यावांगे, जे असी सिमरन करांगे, यम दूत भी साडा कुछ नहीं बिगाड़ सकते, कुछ भी नहीं बिगाड़ सकते। सो इन्नी वड्डी छोट हुंदे हुए भी जे कोई कह दे ना भी आ मैं पशु वेचना, तो यह तो 100 रुपए का, बहुत पुराने समय की गल है, 100 रुपया बहुत वड्डा हुंदा सी। वो कहंदे ये तो बहुत वड्डी अमाउंट है, ये तो बहुत वड्डी रकम है, मैं दे नहीं सकता। कहंदे मेरी छोट नहीं वेखी, 95 रुपये में छड्डते 5 रुपया का ही दूंगा। फिर वो फटाफट खरीद लेंदा, वो कहंदा ठीक है, वो 5 रुपया का फटाफट ही खरीद लेंदा। एवें ये छोट है, ये तो 5 रुपया की कीमत, वो तो पैसा भी नहीं लगन दिंदा, वो तो कहंदा जो तेनू देता उन्हें याद कर ले, बस मैं तेरे नाल आ। क्योंकि मालिक अंग संग है, मालिक किते दूर नहीं साडे तो, बिल्कुल ही नेड़े है, नेड़े तो नेड़े जो है तो सतगुर है। देखो मालिक नूं ना तुसी देखिया ना मैं देखिया, ना किसी ने देखना है कि अकाल पुरख की शक्ल किहो जी है, किवें है ना, सानू सतगुर के जरिए ही मिलेगा कि उन्हों का स्वरूप की है। निर्गुण स्वरूप है, वो किहो जिहा स्वरूप है, वो आवाज़ है कि रोशनी है, प्रकाश है कि आवाज़ है, किदे विच मिलता है, वो दोनों के विच लाइट एंड साउंड। ये सतगुर ने समझाना है कि तू किवें उन्हें मिल सकता है। असी तो सतगुर का वचन ही नहीं मानते, मिलना की है। वो कहता जिहो जिहा तू हो गया हो जा मैं हो जाना, पर नहीं, सतगुर फिर भी रहमत करता है, साडे गुनाहां नूं भी माफ़ करता है, साडे कसूरां नूं भी माफ़ करता है। वो याद नहीं करता, वो कहता तू कोई गल नहीं, जिन्ना कि तो याद होगा, पर साडा असी एहसान फरामोश नहीं बनना। ये धरती जिहड़ी है ना, दरख्तों का भार सहार सकती है, पानी का भार समुद्रों के समुद्र पे ने, ये सहार सकती है, कोई तकलीफ नहीं। जीव जंतुओं का भार, इन्नियां चीज़ां इहदे उत्ते तुरियां फिरदियां ने, इहनूं कोई दिक्कत नहीं। धरती सब का भार चक्की तुरी जा रही है, जे नहीं सहारदी अकृत कन का भार नहीं सहारदी। अकृत कन हुंदा जिहड़ा कीते होए नूं याद ना रखे,
ਜਿਹੜਾ ਸਤਿਗੁਰ ਨੇ ਕੀਤਾ ਹੈ, ਸਾਡੇ ਤੋਂ ਉਪਕਾਰ ਕੀਤਾ ਹੈ, ਅਸੀਂ ਉਸ ਉਪਕਾਰ ਨੂੰ ਭੁਲਾ ਦਈਏ ਤਾਂ ਉਹ ਅਸੀਂ ਅਕ੍ਰਿਤ ਕਰਨ ਹੋ ਜਾਵਾਂਗੇ, ਉਹਦਾ ਧਰਤੀ ਭਾਰ ਨਹੀਂ ਸਹਾਰਦੀ। ਅੱਜ ਇਸੇ ਕਰਕੇ ਅਸੀਂ ਵੇਖਦੇ ਹਾਂ ਥੋੜੇ ਦਿਨਾਂ ਬਾਅਦ ਭੁਚਾਲ ਦੀ ਖਬਰ ਕਿਸੇ ਨਾ ਕਿਸੇ ਪਾਸੋਂ ਆ ਜਾਂਦੀ ਹੈ। ਕਿਉਂ? ਧਰਤੀ ਅਕ੍ਰਿਤ ਕਰਨ ਦਾ ਭਾਰ ਨਹੀਂ ਸਹਾਰ ਸਕਦੀ। ਅੱਜ ਦੁਨੀਆ ਤੇ ਅਕ੍ਰਿਤ ਕਰਨ ਹੀ ਅਕ੍ਰਿਤ ਕਰਨ ਹੋਏ ਪਏ ਹਨ। ਅਸੀਂ ਕਿਸੇ ਦਾ ਜਾਣਦੇ ਨਹੀਂ ਤਾਂ ਉਹ ਗੁਰੂ ਕਹਿੰਦਾ ਆ ਵੇਖ ਤੇਰੇ ਸਾਹਮਣੇ ਤੈਨੂੰ ਜਲਵਾ ਦਿਖਾਵਾਂ। ਇਹ ਗੱਲਾਂ ਸਾਡੇ ਕੋਲ ਹੀ ਨੇ ਜਿਹੜੀਆਂ ਜੋ ਅਧਿਆਤਮਿਕਵਾਦ ਹੈ ਉਹਦੇ ਨਾਲ ਜੁੜਦੀਆਂ ਜਾ ਕੇ, ਉਹਨਾਂ ਤੋਂ ਵੱਖਰੀਆਂ ਨਹੀਂ। ਜੇ ਇਹਨਾਂ ਗੱਲਾਂ ਨੂੰ ਅਪਣਾ ਲਵਾਂਗੇ, ਇਹਨਾਂ ਗੱਲਾਂ ਦੇ ਅਨੁਸਾਰ ਅਸੀਂ ਚੱਲਾਂਗੇ, ਸਾਡਾ ਜੀਵਨ ਬਦਲ ਜਾਏਗਾ। ਇਹਨਾਂ ਗੱਲਾਂ ਨੂੰ ਅਸੀਂ ਸੁਣਦੇ ਹਾਂ, ਝੋਲੀ ਚ ਪਾਉਣੇ ਆ, ਲੇਕਿਨ ਜਾਣ ਲੱਗਿਆਂ ਝਾੜ ਕੇ ਚਲੇ ਜਾਂਦੇ ਹਾਂ। ਥੋੜਾ ਬਹੁਤ ਕੁਛ ਨਾ ਕੁਛ ਅੰਸ਼ ਜਿਹੜਾ ਹੈ ਇਹਦੇ ਚ ਲੈ ਕੇ ਜਾਓ ਤਾਂ ਸਾਡਾ ਜੀਵਨ ਜਿਹੜਾ ਉਹ ਪਾਰ ਹੋ ਸਕਦਾ ਹੈ ਜੀ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੇ। चौथी पातशाही रामदास गुरु महाराज कहते हैं कि हे सच्चे पातशाह, जन नानक को और कृपा कर, दया मेहर करो मेरे ते कि मैं तेरा नाम ही नाम ते आई जावां, होर मैनू किसी चीज की लोड़ नहीं। देखो, एक बच्चा जो बिल्कुल यतीम है, ना पैसा है, ना कपड़ा है, ना घर है, ना बार है, कुछ नहीं, एक नानी है बस। वो भी नानी किन्ने कि दिनों दी रहना सी उन्हें, ना कोई भैन, ना कोई भरा, ना कोई मां, ना कोई बाप। सब लोग मजाक करते सन श्री गुरु रामदास जी के उत्ते कि ये बच्चा की है, लेकिन जो नानी लै गई इन्नी क गड्डी च 2 कपड़े पाए, जिंदरा लाया, चूना मंडी च घर सी लाहौर दे विच, तां ओह आके बासर के जो रहे उत्थे, उन्होंने बकलियां दा जो देना शुरू किया कि बकलियां पुत्र वेच आया कर, आपां रोटी खा लिया करांगे। वो बच्चे ने अपनी नानी का कहा मन के जो भी किया, अज उन्होंने सिर ते जो छतर झूलता है संसार च किते नहीं, किते दरबार साहब चले जाओ, धन गुरु रामदास, धन गुरु रामदास। जरा जिन्हों यतीम कहा जाता सी, वो सारे सृष्टि का नाथ बन गया, अनाथां का नाथ बन गया। किन्नी नम्रता, किन्नी मिठास उन्होंने अंदर घोल के पाई हुई सी, क्योंकि सतगुर दे वचनां ते निभ रहे सन, सतगुर दे वचनां नूं पकड़िया होया सी। जे कोई गाल भी कढ़ गया, सतगुर नूं किते गुस्सा भी आया, तीसरी पातशाही गुरु अमरदास जी महाराज नूं उन्होंने कहना, सच्चे पातशाह इहदी बुद्धि इन्नी की है ना, कुछ नहीं कहना आपां इहनूं, इहदी बुद्धि इन्नी की है। क्योंकि उन्होंने पता सी कि जो मेरे भैन भरा अज मैनूं अपना दावा कर रहे हैं ना भी ये साडा ही है, ते सहुरे घर ने काम लाया होया, सेवा च लाया होया, मिट्टी ढोई जाता है, उन्होंने पता नहीं। सो उन्होंने ओहदा फल मिलिया। ते गुरु रामदास जी महाराज का अज जो डंका संसार ते वज रहा है वो किसी का नहीं हो सकता। सो गुरु का दिता हुआ नाम जिहड़ा है, जब उन्होंने असीं याद करांगे, सारे दुख दलिदर दूर हो जाएंगे जी। जिने गुरमुख नाम त्याया, तिना फिर विघन ना होई राम राजे। असी मैं वेखदी हां हिंदू धर्म दे विच, मैं भी बिलोंग करदी हां, मैं कोई वखरी नहीं उहदे तो। असी 9 ਦੇ 9 देवी देवतियां ग्रह जिहड़े उन्होंने बुला लैंदे आ, बुलाने आ। पहला जिन्ने भी ग्रह है 9, मैं गलत नाम ना लै देवां, वो सारिਆਂ ਨੂੰ ਅਸੀਂ ਪਹਿਲਾਂ बुलाने आ। काहदे वास्ते? एक्चुअली अंदरों साडे अंदर एक डर पैदा होया कि 9 ग्रह जे ना बुलाए ना, ये साडे काम च विघन पा देणगे, ਅਸੀਂ ਸਾਡਾ ਕਾਰਜ ਰਾਸ ਨਹੀਂ ਆਉਣਾ। ਪਹਿਲਾਂ ਅਸੀਂ ਉਹਨਾਂ ਨੂੰ ਬੁਲਾਉਣੇ ਆ, ਪੰਡਤ ਜੀ ਮਹਾਰਾਜ ਆਉਂਦੇ ਨੇ, ਉਹ ਚੌਕ ਪੂਰਦੇ ਨੇ, 9 ਦੇ 9 ਗ੍ਰਹਿ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਪੂਜਾ ਕਰਦੇ ਆ। ਵਸਤਰਮ ਸਮਰਪਿਆਮੀ, ਧੂਪਮ ਦੀਪਮ ਸਮਰਪਿਆਮੀ, ਜੋ ਕੁਛ ਹੈ ਉਹ ਸਾਰਾ ਕੁਛ ਉਹਨਾਂ ਨੂੰ ਦੇਈ ਜਾਂਦੇ ਆ ਕਿ ਖੁਸ਼ ਹੋ ਜਾਣ। ਹੋ ਗਏ, ਉਹ ਕੰਮ ਹੋ ਰਿਹਾ, 9 ਗ੍ਰਹਿ ਆਏ ਹੋਏ ਨੇ। ਫਿਰ ਜਦੋਂ ਉਹ ਖਤਮ ਹੋ ਗਿਆ, ਸੰਪੰਨ ਹੋ ਗਿਆ, ਥੋੜੀ ਦੇਰ ਬਾਅਦ ਉਹ ਹਵਨ ਕਰਾ ਦਿੰਦੇ ਨੇ। क्यों भी तुहाडी पूजा कर ली असी, हुण तुसी अपने अपने घर नूं जाओ, तुसी खुश रहो, बस इन्ना ही साडे ते दया मेहर करनी। असी 9 ग्रहां नूं खुश करन वास्ते किन्ना कुछ कीता।
ਪਹਿਲਾਂ ਉਹਨਾਂ ਦੀ ਪੂਜਾ ਕੀਤੀ, ਫਿਰ ਉਹਨਾਂ ਨੂੰ ਘਰ ਤੋਰਤਾ ਕਿ ਜਾਓ। ਹਵਨ ਦਾ ਮਤਲਬ ਇਹੀ ਹੈ ਕਿ ਜਾਓ ਆਪੋ ਆਪਣੇ ਟਿਕਾਣੇ ਤੇ, ਹੁਣ ਸਾਡਾ ਕੰਮ ਜਿਹੜਾ ਉਹ ਨਿਰਵਿਘਨ ਚੱਲੇ। ਕਿੱਡੀ ਵਧੀਆ ਗੱਲ ਹੈ ਕਿ ਸਤਿਗੁਰ ਨੂੰ ਯਾਦ ਕੀਤਾ ਨਹੀਂ ਤੇ ਕੰਮ ਨਿਰਵਿਘਨ ਹੀ ਹੋ ਜਾਣਾ। ਸਤਿਗੁਰ ਕਿਸੇ ਵਿਘਨ ਚ ਆਉਣ ਨਹੀਂ ਦਿੰਦਾ ਆਪਣੇ ਜੀਵ ਨੂੰ, ਆਪਣੇ ਸ਼ਿਸ਼ ਨੂੰ ਕਿਸੇ ਵਿਘਨ ਦੇ ਵਿੱਚ ਨਹੀਂ ਪੈਣ ਦਿੰਦਾ। ਉਹ ਕਹਿੰਦਾ ਤੂੰ ਮੈਨੂੰ ਯਾਦ ਕਰ ਲਿਆ, ਫਤਿਹ ਹੀ ਫਤਿਹ ਆ। ਕਿੱਡਾ ਸੌਖਾ, ਨਾ ਕੁਝ ਖਰੀਦਣਾ ਪਿਆ, ਨਾ ਕੁਝ ਕਰਨਾ ਪਿਆ, ਨਾ ਕੋਈ ਮੰਤਰ, ਨਾ ਕੋਈ ਜੰਤਰ, ਕੁਝ ਨਹੀਂ ਕੀਤਾ। ਇੱਕ ਸਤਿਗੁਰ ਦੀ ਯਾਦ ਹੈ, ਕਰਕੇ ਵੇਖੋ। ਜਦ ਤੁਹਾਨੂੰ ਕੋਈ ਭੀੜ ਪੈਂਦੀ ਹੈ, ਪੈਂਦੀ ਹੈ, ਹਰ ਇੱਕ ਬੰਦੇ ਨੂੰ ਪੈਂਦੀ ਹੈ, ਕਿੱਥੋਂ ਬਚਾਂਗੇ? ਭੀੜ ਪੈਂਦੀ ਹੈ, ਸਤਿਗੁਰ ਨੂੰ ਯਾਦ ਕਰੋ, ਦਿਲੋਂ ਕਿਤੇ ਧਿਆਨ ਧਰ ਲਿਆ, ਉਸੇ ਵੇਲੇ ਭੀੜ ਜਿਹੜੀ ਹੈ, ਅਸੀਂ ਸਿਮਰਨ ਜਿਹੜਾ ਹੈ ਉਹ ਦਿਨ ਰਾਤ ਕਰ ਸਕਦੇ ਹਾਂ। ਮੰਨਿਆ ਅਸੀਂ ਸਫ਼ਰ 'ਚ ਜਾ ਰਹੇ ਹਾਂ, ਭਜਨ ਨਹੀਂ ਕਰ ਸਕਦੇ, ਉਹਦੀ ਮੌਜ ਹੈ, ਸਫ਼ਰ 'ਚ ਵੀ ਉਹਦੀ ਕੁਛ ਵੀ ਕਰ ਸਕਦਾ, ਲੇਕਿਨ ਸਿਮਰਨ ਜਿਹੜਾ ਹੈ ਉਹ ਅਟੁੱਟ ਚੱਲਦਾ, ਉਹ ਟੁੱਟਦਾ ਨਹੀਂ। ਜੇ ਕਰਦਾ ਰਹੋ, ਆਦਤ ਪਈ ਹੋਈ ਹੈ, ਚੱਲਦਾ, ਤੇ ਤੁਹਾਨੂੰ ਵਿਘਨ ਨਹੀਂ ਆ ਸਕਦਾ ਬਿਲਕੁਲ ਵੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਹਾਰਾਜ ਦੇ ਨਾਮ ਨੂੰ ਯਾਦ ਕਰਦਾ ਹੈ ਉਹਨੂੰ ਕਦੇ ਵਿਘਨ ਨਹੀਂ ਆਉਂਦਾ ਜੀ। ਜਿਨੇ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ। ਜਿਹਨੇ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ। ਮਹਾਰਾਜ ਨੇ ਬਾਣੀ 'ਚ ਲਿਖਿਆ, ਅੱਛੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਤੁਸੀਂ ਠੀਕ ਰਸਤੇ ਤੇ ਜਾ ਰਹੇ ਹੋ, ਸਾਰਾ ਸੰਸਾਰ ਜਿਹੜਾ ਤੁਹਾਡੀ ਸਿਫਤ ਕਰ ਰਿਹਾ। ਸੰਸਾਰ ਨੂੰ ਪਤਾ ਹੈ ਉਹ ਆਪ ਨਹੀਂ ਚੱਲ ਰਿਹਾ, ਉਹ ਆਪ ਗਲਤ ਜਾ ਰਿਹਾ, ਲੇਕਿਨ ਉਹਨੂੰ ਪਤਾ ਹੈ ਕਿ ਇਹ ਬੰਦਾ ਸਿੱਧੇ ਮਾਰਗ ਤੇ ਚੱਲ ਰਿਹਾ। ਉਹਦੀ ਪੂਜਾ ਕਰਨ ਨੂੰ ਵੀ ਤਿਆਰ ਹੋ ਜਾਂਦਾ, ਉਹਦੀ ਆਰਤੀ ਕਰਨ ਨੂੰ ਵੀ ਤਿਆਰ ਹੋ ਜਾਂਦਾ। ਕਿਉਂ? ਉਹ ਸਿੱਧੇ ਮਾਰਗ ਤੇ ਚੱਲਦਾ। ਇਸੇ ਕਰਕੇ ਮਹਾਰਾਜ ਫਰਮਾ ਰਹੇ ਨੇ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਕਿ ਭਾਈ ਤੂੰ ਸਤਿਗੁਰ ਦੇ ਨਾਮ ਨੂੰ ਯਾਦ ਕਰ, ਤੂੰ ਸਤਿਗੁਰ ਦੀ ਪੂਜਾ ਕਰ, ਸਾਰਾ ਸੰਸਾਰ ਜਿਹੜਾ ਹੈ ਉਹ ਤੇਰੀ ਪੂਜਾ ਕਰੇਗਾ। ਹਰ ਕੋਈ ਚਾਹੁੰਦਾ ਕਿ ਮੇਰਾ ਜਸ ਹੋਵੇ, ਲੇਕਿਨ ਜੋ ਮਹਾਰਾਜ ਦਾ ਭਗਤ ਹੈ ਨਾ, ਉਹ ਇਹ ਤੋਂ ਵੀ ਪਰੇ ਆ, ਉਹ ਜਸ ਵੀ ਨਹੀਂ ਚਾਹੁੰਦਾ। ਭਗਤ ਰਵਿਦਾਸ ਜੀ ਸਨ, ਜੋੜੇ ਗੰਢਦੇ, ਪਾਣਾ ਗੰਢਦੇ, ਰਾਹ 'ਚ ਬੈਠੇ ਆ। ਤੁਸੀਂ ਦੇਖੋ, ਜੁੱਤੀ ਦਾ ਪੈਸਾ ਉਹਨਾਂ ਨੇ ਮੰਗਣਾ ਨਹੀਂ। ਜੇ ਕਿਸੇ ਦੇ ਜੀ 'ਚ ਆਇਆ ਪੈਸਾ ਦੇਤਾ, ਜੇ ਕਿਸੇ ਦੇ ਜੀ 'ਚ ਆਇਆ ਧੇਲਾ ਦੇਤਾ, ਔਰ ਐ ਵਗਾ ਕੇ ਸੁੱਟਦੇ ਸੀ ਵੀ ਕਿਤੇ ਇਹਦੀ ਛਾਇਆ ਸਾਡੇ ਹੱਥ ਤੇ ਨਾ ਪੈ ਜਾਵੇ। ਇਹ ਚਮਿਆਰ ਹੈ, ਅਸੀਂ ਉੱਚੀ ਜਾਤ ਦੇ ਹਾਂ। ਜੁੱਤੀ ਗੰਢਾਏ ਬਿਨਾਂ ਵੀ ਨਹੀਂ ਸੀ ਸਰਦਾ, ਲੇਕਿਨ ਦੂਰੋਂ ਵਗਾ ਕੇ ਮਾਰਦੇ ਸੀ। ਇੰਨਾ ਮਤਲਬ ਪਰਹੇਜ਼ ਕਰਦੇ ਸਨ। ਲੇਕਿਨ ਰਵਿਦਾਸ ਜੀ ਮਹਾਰਾਜ ਨੇ ਕਦੇ ਤਾਂ ਚੱਕ ਕੇ ਨਿਗਾਹ ਵੇਖਿਆ ਹੀ ਨਹੀਂ ਕਿ ਕੀ ਦੇਣਾ ਸੀ ਤੇ ਕੀ ਦੇ ਗਿਆ, ਕਿਵੇਂ ਦਿੱਤਾ, ਕਦੇ ਪਰਵਾਹ ਨਹੀਂ ਕੀਤੀ। ਉਹਦੇ ਨਾਲ ਸਨ, ਭਗਤ ਰਵਿਦਾਸ ਜੀ ਦੇ ਨਾਲ ਗੁਰੂ ਮਹਾਰਾਜ ਸਨ, ਉਹਨਾਂ ਤੋਂ ਇੱਕ ਪਲ ਵੀ ਦੂਰ ਨਹੀਂ ਹੋਏ, ਕਿਉਂਕਿ ਉਹਨਾਂ ਨੇ ਤਾਂ ਸੇਵਾ 'ਚ ਬੈਠੇ ਨੇ, ਆਪਣੇ ਮਾਲਕ ਨੂੰ ਯਾਦ ਕੀਤਾ ਹੋਇਆ, ਅੱਖਾਂ ਬੰਦ ਨੇ ਸਾਰਾ ਦਿਨ। ਕਿਸੇ ਨੇ ਇੱਥੋਂ ਤੱਕ ਕਿ ਮੀਰਾ ਬਾਈ ਨੇ ਇੱਕ ਹੀਰਾ ਲਿਆ ਕੇ ਦੇ ਦਿੱਤਾ, ਇੱਕ ਭਗਤ ਨੇ ਪਾਰਸ ਲਿਆ ਕੇ ਦੇ ਦਿੱਤਾ। ਇੱਕ ਭਗਤ ਨੇ ਹੀਰਾ ਲਿਆਂਦਾ, ਮੀਰਾ ਬਾਈ ਨੇ ਪਾਰਸ ਲਿਆਂਦਾ। ਉਹ ਕਹਿਣ ਲੱਗੇ, ਮਹਾਰਾਜ ਮੈਨੂੰ ਲੋਕ ਮਖੌਲ ਕਰਦੇ ਆ ਕਿ ਤੇਰਾ ਗੁਰੂ ਕੰਗਾਲ ਹੈ, ਗਰੀਬ ਹੈ, ਤੁਸੀਂ ਆ ਪਾਰਸ ਹੈ, ਆ ਆਰ ਤੇ ਜਿਹੜੇ ਨਾਲ ਤੁਸੀਂ ਜੁੱਤੀਆਂ ਗੰਢਦੇ ਹੋ, ਇਹਦੇ ਤੇ ਲਾ ਲਓ, ਸੋਨਾ ਬਣ ਜੂ, ਤੁਸੀਂ ਤਾਂ ਵਧੀਆ ਮਹਿਲਾਂ 'ਚ ਰਹੋਗੇ। ਉਹਨਾਂ ਨੇ ਕਿਹਾ, ਪੁੱਤਰ ਇੱਥੇ ਰੱਖ ਦੇ। ਉਹ ਜਿਹੜੀ ਕਾਨਿਆਂ ਦੀ ਝੌਪੜੀ ਬਣੀ ਹੋਈ ਸੀ, ਉਹਦੇ 'ਚ ਰਖਾ ਲਿਆ। ਇਸੇ ਤਰ੍ਹਾਂ ਹੀ ਹੀਰਾ ਸੀ, ਕਿਸੇ ਨੇ ਹੀਰਾ ਦਿੱਤਾ, ਉਹ ਵੀ ਉਹਦੇ 'ਚ ਰਖਾ ਲਿਆ। ਉਹ ਹੀਰੇ ਵਾਲਾ ਵੀ 6 ਮਹੀਨੇ ਬਾਅਦ ਵਾਪਸ ਆਇਆ, ਤੇ ਮੀਰਾ ਬਾਈ ਵੀ 6 ਮਹੀਨੇ ਬਾਅਦ ਆਈ ਕਿ ਮੇਰੇ ਗੁਰੂਦੇਵ ਨੇ ਬੜੀ ਸੁੰਦਰ ਕੋਠੀ ਬਣਾ ਲਈ ਹੋਣੀ, ਬੜਾ ਸੋਹਣਾ ਘਰ ਬਣ ਗਿਆ, ਹੁਣ ਮੈਂ ਜਾ ਕੇ ਦੇਖਾਂ। ਜਦੋਂ ਵੇਖਿਆ, ਉਹੀ ਲੋਹੇ ਦੀ ਆਰ, ਉਹੀ ਜੁੱਤੀਆਂ ਗੰਢੀ ਜਾਂਦੇ ਨੇ। ਉਹ ਕਹਿੰਦੀ, ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਕੇ ਗਈ ਸੀ। ਕਹਿੰਦੇ, ਪੁੱਤਰ ਜਿੱਥੇ ਰੱਖਿਆ ਸੀ ਵੇਖ ਲਾ, ਮੈਂ ਕੀ ਕਰਨਾ ਪਾਰਸ, ਜਿੱਥੇ ਰੱਖਿਆ ਸੀ ਤੂੰ ਕੱਢ ਲੈ। ਉਹ ਬੜੀ ਹੈਰਾਨ ਹੋਈ, ਉਹ ਚਰਨਾਂ 'ਚ ਗਿਰ ਗਈ ਕਿ ਮੈਂ ਉਸ ਵੇਲੇ ਚਮਿਆਰ ਨੂੰ ਜਾਂ ਛੋਟੀ ਜ਼ਾਤ ਵਾਲੇ ਨੂੰ ਗੁਰੂ ਧਾਰਨ ਕਰਨਾ ਇੱਕ ਅਪਰਾਧ ਮੰਨਿਆ ਜਾਂਦਾ ਸੀ, ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਸੀ। ਇਸ ਕਰਕੇ ਉਹ ਡਰਦੀ ਨਹੀਂ ਸੀ, ਉਹਨੇ ਤਾਂ ਸਾਰਾ ਪਰਿਵਾਰ ਹੀ ਛੱਡਿਆ ਹੋਇਆ ਸੀ ਆਪਦਾ। ਇੱਕ ਹੋਰ ਭਗਤ ਜਿਹੜਾ ਉਹਨੇ ਹੀਰਾ ਦਿੱਤਾ ਸੀ, ਉਹਨੇ ਆ ਕੇ ਸਵਾਲ ਕੀਤਾ। ਉਹ ਕਹਿੰਦੇ ਵੀ ਜਿੱਥੇ ਤੂੰ ਰੱਖਿਆ ਸੀ ਲੈ ਜਾ। ਇਹ ਹੈ ਭਗਤਾਂ ਦੀ ਨਿਸ਼ਾਨੀ। ਉਹਨਾਂ ਨੇ ਕੀ ਲੈਣਾ? ਉਹ ਕਹਿੰਦੇ ਪੇਟ ਭਰ। ਇੱਥੋਂ ਤੱਕ ਦੇਖੋ, ਭਗਤ ਰਵਿਦਾਸ, ਇਹਨਾਂ ਦੇ ਪਿਤਾ ਜੀ ਬਹੁਤ ਅਮੀਰ ਸਨ, ਇਹਨਾਂ ਦਾ ਚਮੜੇ ਦਾ ਕੰਮ ਬਹੁਤ ਚੰਗਾ ਸੀ, ਬਾਹਰੋਂ ਦੂਰੋਂ ਦੂਰੋਂ ਉਹਨਾਂ ਕੋਲ ਚਮੜਾ ਅੱਛਾ ਆਉਂਦਾ ਸੀ, ਜੁੱਤੀਆਂ ਗੰਢਦੇ ਸਨ। ਇਹਨਾਂ ਨੇ ਉਸ ਕੰਮ ਦੇ ਵਿੱਚ ਬਹੁਤਾ ਇੰਟਰਸਟ ਨਹੀਂ ਦਿਖਾਇਆ, ਕਰਦੇ ਸਨ ਲੇਕਿਨ ਲੋਕਾਂ ਤੋਂ ਪੈਸੇ ਨਹੀਂ ਸੀ ਲੈ ਸਕਦੇ। ਉਹ ਕਹਿਣ ਲੱਗੇ ਵੀ ਤੂੰ ਕਮਾਉਂਦਾ ਤਾਂ ਕੁਛ ਹੈ ਨਹੀਂ, ਫਿਰ ਉਹਦਾ ਵਿਆਹ ਕਰਤਾ ਵੀ ਸ਼ਾਇਦ ਹੁਣ ਕੋਈ ਫਰਕ ਪੈ ਜਾਊਗਾ।
ਅਖੀਰ ਉਹਨਾਂ ਨੇ ਉਹਨੂੰ ਵੱਖਰੇ ਕਰ ਦਿੱਤਾ ਕਿ ਤੂੰ ਅੱਡ ਰੋਟੀ ਪਕਾ, ਮੇਰੇ ਨਾਲ ਤੇਰੀ ਬਣਨੀ ਨਹੀਂ, ਤੂੰ ਕਮਾਉਂਦਾ ਕੁਛ ਨਹੀਂ। ਉਹ ਵੱਖਰਾ, ਉਹ ਕਹਿੰਦਾ ਹੁਣ ਮੈਨੂੰ ਮੌਜ ਹੀ ਬਣ ਗਈ। ਪਤਨੀ ਉਹਨਾਂ ਦਾ ਸਾਥ ਦੇਣ ਵਾਲੀ ਸੀ ਕਿ ਜਿਵੇਂ ਮੇਰੇ ਪਤੀ ਦੇਵ ਕਹਿਣਗੇ ਠੀਕ ਹੈ, ਉਹਨਾਂ ਨੂੰ ਮੌਜ ਬਣ ਗਈ। ਉਹਨਾਂ ਨੇ ਕਿਹਾ ਵੀ ਹੁਣ ਮੈਨੂੰ ਕੋਈ ਰੋਕ ਨਹੀਂ ਸਕਦਾ, ਹੁਣ ਮੇਰੀ ਰੋਟੀ ਵੀ ਵੱਖਰੀ ਹੈ, ਮੇਰਾ ਬਾਪੂ ਵੀ ਮੈਨੂੰ ਕੁਝ ਨਹੀਂ ਕਹਿ ਸਕਦਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਭਗਤੀ ਦੇ ਵਿੱਚ ਲਿਵ ਜਿਹੜੀ ਹੈ ਲਾਈ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਤੇ ਖੋਲ ਕੇ ਵੇਖਣ ਦਾ ਸਮਾਂ ਮਿਲੇ ਤੁਹਾਨੂੰ, ਦੇਖਣਾ ਭਗਤਾਂ ਦੀ ਬਾਣੀ ਕੱਢਣੀ। ਜਿੰਨੇ ਭਗਤ ਹਨ, ਭਗਤ ਰਵਿਦਾਸ ਜੀ ਹੈ, ਭਗਤ ਪੀਪਾ ਜੀ ਹੈ, ਭਗਤ ਨਾਮਦੇਵ ਜੀ ਹੈ, ਭਗਤ ਤਰਲੋਚਨ ਜੀ ਹੈ, ਉਹਨਾਂ ਨੇ ਉੱਤੇ ਲਿਖਿਆ ਹੈ ਬਾਣੀ ਭਗਤ ਨਾਮਦੇਵ ਜੀਓ ਕੀ, ਜੀ ਲਾਇਆ ਨਾਲ ਜੀਓ ਕੀ, ਫਿਰ ਭਗਤ ਵੀ ਲਾਇਆ। ਬਾਣੀ ਭਗਤ ਨਾਮਦੇਵ ਜੀਓ ਕੀ, ਬਾਣੀ ਭਗਤ ਤਰਲੋਚਨ ਜੀਓ ਕੀ, ਸਭ ਦੇ ਨਾਲ ਭਗਤ। ਬਾਣੀ ਭਗਤ ਕਬੀਰ ਜੀਓ ਕੀ, ਸ਼ਲੋਕ ਭਗਤ ਕਬੀਰ ਕੇ ਜੀਓ ਲਾਇਆ। ਹਰ ਜਿੱਥੇ ਵੀ ਕਬੀਰ ਸਾਹਿਬ ਦਾ ਨਾਮ ਆਇਆ ਜੀਓ ਲਾਇਆ, ਲੇਕਿਨ ਸ਼ੇਖ ਫਰੀਦ ਨਾਲ ਨਹੀਂ ਲਾਇਆ, ਕਿਉਂਕਿ ਮੁਸਲਮਾਨ ਉਹਨਾਂ ਨੇ ਹਰ ਇੱਕ ਦਾ ਧਰਮ ਮਜ਼ਹਬ ਜਿਹੜਾ ਉਹਨੂੰ ਬਰਕਰਾਰ ਰੱਖਿਆ ਕਿ ਮੁਸਲਮਾਨਾਂ ਦੇ ਅੰਦਰ ਸ਼ੇਖ ਦਾ ਜਿਹੜਾ ਦਰਜਾ ਹੈ ਉਹ ਸਭ ਤੋਂ ਵੱਡਾ ਹੈ। ਹਿੰਦੂ ਧਰਮ ਦੇ ਵਿੱਚ ਭਗਤ ਦਾ ਦਰਜਾ ਸਭ ਤੋਂ ਵੱਡਾ ਹੈ, ਲੇਕਿਨ ਮੁਸਲਮਾਨ ਧਰਮ ਦੇ ਵਿੱਚ ਸ਼ੇਖ ਦਾ ਦਰਜਾ ਵੱਡਾ ਹੈ। ਵੇਖਣਾ ਉੱਥੇ ਲਿਖਿਆ ਸ਼ਲੋਕ ਸ਼ੇਖ ਫਰੀਦ ਕੇ, ਉੱਥੇ ਜੀ ਵੀ ਨਹੀਂ ਲਾਇਆ, ਭਗਤ ਵੀ ਨਹੀਂ ਲਾਇਆ, ਕਿਉਂਕਿ ਸ਼ੇਖ ਦੇ ਵਿੱਚ ਸਾਰਾ ਕੁਝ ਸਮਾਇਆ ਹੋਇਆ। ਇਹਦੇ 'ਚ ਜੀ ਵੀ ਆ ਗਿਆ, ਇਹਦੇ 'ਚ ਭਗਤ ਵੀ ਆ ਗਿਆ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਹਰ ਭਗਤ ਨੂੰ ਪੂਰਾ ਸਨਮਾਨ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਰਵਿਦਾਸ ਜੀ ਉਹਨਾਂ ਨੇ ਆਪਣੇ ਸ਼ਬਦਾਂ 'ਚ ਹਰ ਇੱਕ ਥਾਂ ਚਮਾਰ ਸ਼ਬਦ ਲਿਖਿਆ ਹੋਇਆ। ਕਹੇ ਰਵਿਦਾਸ ਚਮਾਰਾ, ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ, ਗੁਰੇਜ਼ ਹੀ ਨਹੀਂ ਕੀਤਾ ਉਹਨਾਂ ਨੇ ਕਿ ਚਮਾਰ ਤਾਂ ਚਮਾਰ ਹੀ ਹੈ, ਮੈਨੂੰ ਕੀ ਆ। ਸੋ ਉਹਨਾਂ ਨੇ ਕਿਸੇ ਰਾਜੇ ਦੇ ਨਾਲ ਮੁਲਾਕਾਤ ਹੋਈ, ਕਿਸੇ ਪ੍ਰਜਾ ਦੇ ਨਾਲ ਮੁਲਾਕਾਤ ਹੋਈ, ਕਿਸੇ ਪੜ੍ਹੇ ਲਿਖੇ ਨਾਲ ਮੁਲਾਕਾਤ ਹੋਈ, ਜਾਂ ਕਿਸੇ ਅਨਪੜ੍ਹ ਨਾਲ ਮੁਲਾਕਾਤ ਹੋਈ, ਉਹਨਾਂ ਨੇ ਆਪਣੇ ਆਪ ਨੂੰ ਛਪੋਇਆ ਨਹੀਂ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ, ਪੰਚੋਨ ਲਾਹਾ ਮੂਲ ਸਭ ਗਵਾਇਆ। ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਹੈ ਨਾ, ਜੋ ਗੁਰ ਗੋਪੇ, ਗੋਪੇ ਹੁੰਦਾ ਲੁਕੋ ਲੈਣਾ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚੋ ਉਨ ਲਾਹਾ ਮੂਲ ਸਭ ਗਵਾਇਆ। ਤੁਸੀਂ ਕੈਨੇਡਾ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਅਮਰੀਕਾ ਚਲੇ ਜਾਓ, ਆਪਣੇ ਗੁਰੂ ਨੂੰ ਲੁਕਾਉਣਾ ਨਹੀਂ, ਆਪਣੇ ਗੁਰੂ ਦਾ ਜਸ ਗਾਉਣਾ ਹੈ। ਜਿੰਨਾ ਗਾਓਗੇ ਉਹਨਾਂ ਗੁਰੂ ਨੇ ਖੁਸ਼ ਹੋ ਜਾਣਾ ਹੈ, ਉਨੀ ਪ੍ਰਸੰਨਤਾ ਸਾਡੀ ਝੋਲੀ 'ਚ ਪੈ ਜਾਣੀ ਹੈ। ਕਿਉਂ? ਗੁਰੂ ਨੇ ਕੋਈ ਪਾਪ ਕੀਤਾ ਜਿਹੜਾ ਲੁਕਾਉਣਾ? ਕਿਉਂ ਲੁਕਾਉਣਾ? ਰਾਧਾ ਸਵਾਮੀ ਤੇ ਰਾਧਾ ਸਵਾਮੀ ਆ ਅਸੀਂ। ਤੁਸੀਂ ਕੌਣ ਹੋ? ਅਸੀਂ ਰਾਧਾ ਸਵਾਮੀ ਆ, ਪਰ ਅਸੀਂ ਸਾਰੇ ਸੰਤਾਂ ਦਾ ਬਰਾਬਰ ਸਨਮਾਨ ਕਰਦੇ ਹਾਂ। ਸਾਡੇ ਗੁਰੂਆਂ ਨੇ ਇਹ ਨਹੀਂ ਸਿਖਾਇਆ ਕਿ ਰਾਧਾ ਸਵਾਮੀ ਦਾ ਮਤਲਬ ਇਹ ਹੈ, ਜੇ ਅਸੀਂ ਜਾਪ ਸਾਹਿਬ ਦੇ ਵਿੱਚ ਪਤਾ ਨਹੀਂ ਕਿੰਨੇ 100 ਨਾਮ ਦਿੱਤੇ ਹੋਏ ਨੇ, ਜੇ ਇੱਕ ਰਾਧਾ ਸਵਾਮੀ ਕਿਸੇ ਨੇ ਭਗਤ ਨੇ ਪ੍ਰੇਮ ਨਾਲ ਗਿਆ ਤਾਂ ਕੀ ਹੋ ਗਿਆ? ਇੱਕ ਨਾਮ ਹੀ ਹੈ ਨਾ, ਉਹਦੇ ਨਾਵਾਂ ਦਾ ਅੰਤ ਹੀ ਕੋਈ ਨਹੀਂ। ਜੇ ਹਜ਼ਾਰਾਂ ਜੀਬਾਂ ਵੀ ਸਾਡੀਆਂ ਹੋਣ ਤੇ ਇੱਕ ਮਿੰਟ 'ਚ ਹਜ਼ਾਰ ਨਾਮ ਵੀ ਉਹਦਾ ਲਈਏ ਤਾਂ ਵੀ ਸਾਡਾ ਕੰਮ ਜਿਹੜਾ ਉਹ ਅਧੂਰਾ ਰਹਿ ਜਾਏਗਾ, ਪੂਰਾ ਨਹੀਂ ਹੋ ਸਕਦਾ। ਉਹਦੇ ਨਾਵਾਂ ਦੀ ਗਿਣਤੀ ਕੋਈ ਨਹੀਂ। ਸੋ ਜਿਹੜੇ ਇਹਨਾਂ ਗੱਲਾਂ ਦੇ ਵਿੱਚ ਗੁਰੇਜ਼ ਕਰਦੇ ਨੇ ਜਾਂ ਤਰਕ ਕਰਦੇ ਨੇ ਕਿ ਇਹ ਰਾਧਾ ਸਵਾਮੀ ਕਿੱਥੋਂ ਆ ਗਏ, ਆਏ ਤਾਂ ਸਾਰੇ ਕਿਤੋਂ ਨਾ ਕਿਤੋਂ ਹੈ। 1469 'ਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਕਿਸੇ ਨੂੰ ਵਾਹਿਗੁਰੂ ਸ਼ਬਦ ਦਾ ਪਤਾ ਹੀ ਨਹੀਂ ਸੀ, ਕਿਸੇ ਨੂੰ ਸਤਨਾਮ ਦਾ ਪਤਾ ਹੀ ਨਹੀਂ ਸੀ। ਉਦੋਂ ਪਹਿਲਾਂ ਲੋਕ ਕੀ ਕਰਦੇ ਸੀ? ਕੋਈ ਰਾਮ ਦਾ ਨਾਮ ਲੈਂਦਾ ਸੀ, ਕੋਈ ਕ੍ਰਿਸ਼ਨ ਦਾ ਨਾਮ ਲੈਂਦਾ ਸੀ। ਸਾਰੇ ਨਾਮ ਉਹਦੇ ਨੇ, ਕੋਈ ਨਾਮ ਐਸਾ ਨਹੀਂ ਜਿਹੜਾ ਉਹਦੇ ਤੋਂ ਪਰੇ ਹੈ। ਅਸੀਂ ਆਪਣੇ ਬੱਚੇ ਨੂੰ ਲਾਡ ਨਾਲ ਜਿੰਨੇ ਮਰਜ਼ੀ ਨਾਮ ਰੱਖ ਲਈਏ, ਜਿਹੜੇ ਮਰਜ਼ੀ ਨਾਮ ਨਾਲ ਬੁਲਾਓ ਉਸੇ ਨਾਲ ਬੋਲੇਗਾ। ਉਹਨੂੰ ਪਤਾ ਹੈ ਮੈਨੂੰ, ਕਿਉਂਕਿ ਟੋਨ ਸਮਝਦਾ, ਉਹ ਨਾਮ ਨਹੀਂ ਸਮਝਦਾ, ਉਹ ਟੋਨ ਸਮਝਦਾ। ਇਸੇ ਤਰ੍ਹਾਂ ਪਰਮੇਸ਼ਰ ਸਾਡਾ ਪ੍ਰੇਮ ਸਮਝਦਾ, ਉਹ ਨਾਮ ਨਹੀਂ ਸਮਝਦਾ। ਤੇਰੇ ਅੰਦਰੋਂ ਕਿਸ ਪ੍ਰੇਮ ਨਾਲ ਨਾਮ ਆਇਆ ਉਹ ਸਮਝਦਾ ਜੀ। ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਾਧ ਹੋਈ। ਜਿਵੇਂ ਆਪਣੇ ਸਤਿਗੁਰ ਨੂੰ ਭੇਟਿਆ ਹੈ, ਉਹਦੇ ਨਾਲ ਮਿਲਾਪ ਕੀਤਾ ਹੈ, ਉਹਦੇ ਨਾਲ ਭੇਂਟ ਕੀਤੀ ਹੈ, ਉਹਨੂੰ ਸਦਾ ਸੁਖ ਹੈ। ਇਹਦੇ ਤੇ ਹੁਣ ਮੋਹਰ ਲਾਤੀ ਮਹਾਰਾਜ ਨੇ। ਇਹ ਇਕੱਲਾ ਲਿਖਿਆ ਨਹੀਂ, ਅਸੀਂ ਕੋਈ ਕਾਗਜ਼ ਹੈ ਨਾ, ਉਹਦੇ ਤੇ ਕੋਈ ਲਫ਼ਜ਼ ਲਿਖੇ ਹੋਏ ਨੇ, ਕਿਸੇ ਅਫਸਰ ਨੂੰ ਭੇਂਟ ਕਰਦੇ ਆ ਜਾ ਕੇ, ਉਹ ਕਹਿੰਦਾ ਵੀ ਇਹਦੇ ਤੇ ਮੋਹਰ ਤਾਂ ਲੱਗੀ ਨਹੀਂ, ਲੈ ਜਾ ਇਹਨੂੰ, ਵਾਪਸ ਹੋ ਜਾਂਦਾ। ਚਾਹੇ ਉਹਦੇ ਦਸਖਤ ਵੀ ਹੋਏ ਹੋਣ ਫਿਰ ਵੀ ਮੋਹਰ ਨਹੀਂ ਲੱਗੀ, ਉਹ ਕਹਿੰਦਾ ਲੈ ਜਾ ਇਸ ਨੂੰ। ਜਦ ਮੋਹਰ ਲੱਗ ਜਾਂਦੀ ਹੈ ਉਹੀ ਕਾਗਜ਼ ਵੈਲਿਡ ਹੋ ਜਾਂਦਾ, ਉਹੀ ਕਾਗਜ਼ ਮੰਨਿਆ ਜਾਂਦਾ, ਜਿੱਥੇ ਮਰਜ਼ੀ ਲੈ ਜਾਓ। ਉਹ ਕਹਿੰਦੇ ਵੀ ਡੀਸੀ ਸਾਹਿਬ ਦੀ ਮੋਹਰ ਲੱਗੀ ਹੈ, PM ਸਾਹਿਬ ਦੀ ਮੋਹਰ ਲੱਗੀ ਹੈ, ਮੁੱਖ ਮੰਤਰੀ ਦੀ ਮੋਹਰ ਲੱਗੀ ਹੈ, ਮਨਜ਼ੂਰ ਹੋ ਜਾਂਦਾ। ਐਵੇਂ ਇਹ ਬਾਣੀ ਜਿਹੜੀ ਹੈ ਸੰਤਾਂ ਨੇ ਮੋਹਰ ਲਾ ਕੇ ਦਿੱਤੀ ਹੈ। ਪੱਕੀ ਗੱਲ ਹੈ, ਕੱਚੀ ਗੱਲ ਕੋਈ ਨਹੀਂ ਕੀਤੀ।
पक्की गल है, ਇਹਦੇ ਤੇ ਜਦੋਂ ਮੋਹਰ ਲੱਗ ਗਈ ਤੁਸੀਂ ਇਹਦੇ ਤੇ ਇਤਰਾਜ਼ ਕਰਨ ਵਾਲੇ ਕੌਣ ਹੋ? ਅਸੀਂ ਸਮਝਦੇ ਹੀ ਨਹੀਂ। ਉਹਨੂੰ ਸਦਾ ਹੀ ਸੁੱਖ ਹੈ ਜਿਹੜਾ ਮਾਲਕ ਦੇ ਨਾਮ ਨੂੰ ਯਾਦ ਕਰਦਾ ਹੈ, ਉਹਦੇ ਦੁੱਖ ਨੇੜੇ ਨਹੀਂ ਆ ਸਕਦੇ। ਬਾਲ ਨਾ ਬਾਂਕਾ ਕਰ ਸਕੇ ਸਭ ਜਗ ਵੈਰੀ ਹੋਏ, ਸਭ ਜਗ ਵੈਰੀ ਹੋਏ, ਉਹਦਾ ਬਾਲ ਵੀ ਬਾਂਕਾ ਨਹੀਂ ਹੋ ਸਕਦਾ। ਹੋਰ ਤਾਂ ਕੀ ਹੋਣਾ? ਉਹਨੂੰ ਕੋਈ ਜਿਹੜਾ ਮਾਰ ਨਹੀਂ ਸਕਦਾ। ਕੌਣ ਮਾਰੂਗਾ? ਜਿਸ ਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕਿਆ ਕੋਈ, ਮਾਰ ਨਾ ਸਕਿਆ ਕੋਈ। ਉਹਨੂੰ ਕੋਈ ਨਹੀਂ ਮਾਰ ਸਕਦਾ, ਉਹਦਾ ਸਤਿਗੁਰ ਡਾਢਾ ਹੈ। ਇਹ ਸਾਰੇ ਦੇਵੀ ਦੇਵਤੇ ਰਾਮਾਇਣ ਦਾ ਉੱਤਰਕਾਂਡ ਮੇਰੇ ਖਿਆਲ 'ਚ ਲਗਭਗ 100 ਸ਼ਲੋਕ ਲੰਘ ਕੇ, ਪੱਕਾ ਨਹੀਂ ਯਾਦ ਮੈਨੂੰ, ਉੱਤਰਕਾਂਡ 'ਚ ਹੈ। ਉਹਨਾਂ ਨੇ ਸਾਫ਼ ਲਿਖਿਆ ਹੋਇਆ ਇਹਦੇ 'ਚ ਕਿ ਜਿੰਨੇ ਸਾਡੇ 9 ਦੁਆਰ ਹੈ, ਦੇਖੋ 9 ਗ੍ਰਹਿ ਨੇ ਸਾਡੇ, 9 ਹੀ ਸਾਡੇ ਦੁਆਰ ਹੈ। ਹਰ ਦੁਆਰ ਦੇ ਉੱਤੇ ਇੱਕ ਗ੍ਰਹਿ, ਇੱਕ ਦੇਵਤਾ ਜਿਹੜਾ ਉਹ ਬੈਠਾ ਹੋਇਆ। ਹਰ ਗ੍ਰਹਿ ਉਹਦੇ 'ਚ ਲਿਖਿਆ ਹੋਇਆ। ਜਦੋਂ ਕਹਿੰਦੇ ਹਵਾ ਮਾੜੀ ਆਉਂਦੀ ਹੈ, ਜਦੋਂ ਹਵਾ ਮਾੜੀ ਆਉਂਦੀ ਹੈ ਇਹ ਦੁਆਰ ਖੋਲ ਦਿੰਦੇ ਆ, ਉਹ ਕਹਿੰਦੇ ਆਓ ਅੰਦਰ ਲੰਘ ਜਾਓ। ਮਾੜੀ ਹਵਾ ਨੂੰ ਪ੍ਰਵੇਸ਼ ਕਰਾਉਣ ਵਾਲੇ ਇਹ 9 ਦੁਆਰ ਨੇ, ਜਿੱਥੇ 9 ਦੇ 9 ਦੇਵਤੇ ਬੈਠੇ ਆ। ਕੋਈ ਥਾਂ ਖਾਲੀ ਨਹੀਂ। ਗੁਦਾ ਸਥਾਨ ਹੈ ਸਭ ਤੋਂ ਪਹਿਲਾਂ। ਗੁਦਾ ਸਥਾਨ ਦੇ ਉੱਤੇ ਗਣੇਸ਼ ਜੀ ਦਾ ਨਿਵਾਸ ਹੈ। ਫਿਰ ਇੰਦਰੀ ਦੁਆਰ ਹੈ, ਉੱਥੇ ਸਵਿਤਰੀ ਤੇ ਬ੍ਰਹਮਾ ਦਾ ਨਿਵਾਸ ਹੈ। ਕੀ ਕਰੋਗੇ? ਉਹਦੇ 'ਚ ਲਿਖਿਆ, ਰਮਾਇਣ ਕਦੇ ਪੜ੍ਹ ਕੇ ਵੇਖ ਲੈਣਾ ਤੁਸੀਂ। ਧੁੰਨੀ ਹੈ, ਉੱਥੇ ਵਿਸ਼ਨੂੰ ਜੀ ਦਾ ਨਿਵਾਸ ਹੈ। ਖੱਬਾ ਪਾਸਾ ਹੈ, ਲੈਫਟ ਹੈਂਡ, ਜਿੱਥੇ ਹਿਰਦਾ ਹੈ, ਇੱਥੇ ਸ਼ਿਵ ਜੀ ਦਾ ਨਿਵਾਸ ਹੈ। ਗਲੇ 'ਚ ਮਾਤਾ ਬੈਠੀ ਹੈ, ਅਸ਼ਟੰਗੀ ਇੱਥੇ ਬੈਠੀ। ਇਹ ਸਾਰਿਆਂ ਨੂੰ ਤਾਕਤ ਦੇ ਰਹੀ ਹੈ। ਇਹ ਸਾਰਿਆਂ ਨੂੰ ਤਾਕਤ। ਜਦੋਂ ਵੀ ਕੋਈ ਮਾੜੀ ਹਵਾ ਆਉਂਦੀ ਹੈ ਇਹ ਦੁਆਰ ਖੋਲ ਦਿੰਦੇ ਨੇ, ਲੰਘਾ ਦਿੰਦੇ ਨੇ ਕਿ ਲੰਘ ਜਾਓ। ਇਹਨਾਂ ਦੀ ਤਾਂ ਪੂਜਾ ਕੀਤੀ ਜਾਂਦੀ ਹੈ ਕਿ ਸਾਡੀ ਜਿਹੜਾ ਵਿਘਨ ਹੈ ਉਹ ਨਾ ਪਾਇਓ, ਕਿਸੇ ਕਿਸਮ ਦਾ ਵਿਘਨ ਨਾ ਆਵੇ। ਇਹ ਸਾਡੇ ਕੋਲ ਹੀ ਨੇ, ਲੇਕਿਨ ਸਤਿਗੁਰ ਵੀ ਸਾਡੇ ਕੋਲ ਹੀ ਹੈ, ਅਕਾਲ ਪੁਰਖ ਵੀ ਸਾਡੇ ਕੋਲ ਹੀ ਹੈ। ਫਿਰ ਉਹ ਮੈਂ ਅਕਸਰ ਐਗਜ਼ਾਮਪਲ ਇੱਕ ਦਿਆ ਕਰਦੀ ਹਾਂ ਵੀ ਘੁਮਿਆਰ ਨੇ ਘੜਾ ਬਣਾਇਆ, ਘੁਮਿਆਰ ਨੇ ਘੜਾ ਬਣਾਇਆ, ਉਹਨੇ ਵੇਚਤਾ। ਜਿਹਦੇ ਕੋਲ ਆਇਆ ਸਾਨੂੰ ਨਹੀਂ ਪਤਾ ਕਿਹੜੇ ਘੁਮਿਆਰ ਦਾ ਬਣਿਆ ਹੋਇਆ। ਜਿੰਨੀਆਂ ਚੀਜ਼ਾਂ ਸਾਡੇ ਘਰ 'ਚ ਬਣੀਆਂ ਵੱਖਰੇ ਵੱਖਰੇ ਕਾਰੀਗਰਾਂ ਨੇ ਬਣਾਈਆਂ ਨੇ, ਸਾਨੂੰ ਕਿਸੇ ਦਾ ਵੀ ਪਤਾ ਨਹੀਂ ਸੋਫਾ ਕਿੱਥੋਂ ਆਇਆ, ਬੈੱਡ ਕਿੱਥੋਂ ਆਇਆ। ਲੇਕਿਨ ਮਾਲਕ ਨੇ ਜੋ ਚੀਜ਼ ਬਣਾਈ ਹੈ, ਸਤਿਗੁਰ ਨੇ ਜੋ ਚੀਜ਼ ਬਣਾਈ ਹੈ, ਚਾਹੇ ਕੀੜੀ ਹੈ, ਚਾਹੇ ਜੀਵ ਹੈ, ਚਾਹੇ ਹਾਥੀ ਹੈ, ਚਾਹੇ ਕੁਝ ਵੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਵੀ ਜੀਵ ਬਣਾਏ ਨੇ ਸਾਰਿਆਂ ਨੂੰ ਬਣਾ ਕੇ ਵਿੱਚ ਆਪ ਬਹਿ ਗਿਆ। ਉਹ ਤੋਂ ਬਿਨਾਂ ਕੋਈ ਹੈ ਹੀ ਨਹੀਂ। ਉਹ ਜੀਵ ਜਿਹੜਾ ਵੀ ਬਣਾਇਆ ਉਹਨੇ, ਉਹਦੇ 'ਚ ਆਪ ਪ੍ਰਵੇਸ਼ ਕਰ ਗਿਆ ਨਾਲ ਹੀ। ਉਹ ਤੋਂ ਬਿਨਾਂ ਤਾਂ ਕੋਈ ਹੋ ਹੀ ਨਹੀਂ। ਉਹ ਨਿਕਲ ਗਿਆ, ਜੀਵ ਖਤਮ, ਉਹਦੇ ਨਾਲ ਹੀ ਹੈ। ਕਿੰਨੀ ਵੱਡੀ ਕਾਰੀਗਰੀ ਹੈ ਉਸ ਅਕਾਲ ਪੁਰਖ ਦੀ ਕਿ ਹਰ ਚੀਜ਼ ਨੂੰ ਬਣਾ ਕੇ, ਹਰ ਜੀਵ ਨੂੰ ਬਣਾ ਕੇ ਉਹਦੇ 'ਚ ਪ੍ਰਵੇਸ਼ ਕਰ ਗਿਆ। ਸਾਡਾ ਨਾਲ ਹੀ ਹੈ, ਸਾਡਾ ਸਤਿਗੁਰੂ ਸਾਡੇ ਕੋਲ ਹੀ। ਉਹ ਤੋਂ ਬਿਨਾਂ ਤਾਂ ਅਸੀਂ ਹੈ ਹੀ ਨਹੀਂ। ਜਦੋਂ ਨਿਕਲ ਜਾਏਗਾ ਉਹ ਤੋਂ ਬਿਨਾਂ ਹੋ ਜਾਵਾਂਗੇ, ਫਿਰ ਅਸੀਂ ਉਹ ਨਹੀਂ ਜੋ ਸਾਡਾ ਨਾਮ ਹੈ। ਉਹ ਸਾਡਾ ਨਾਮ ਖਤਮ ਹੋ ਜਾਏਗਾ, ਫਿਰ ਅਸੀਂ ਕੁਝ ਹੋਰ ਹੀ ਬਣ ਜਾਵਾਂਗੇ। ਸੋ ਇਸ ਕਰਕੇ ਉਹ ਕਹਿੰਦੇ ਨੇ ਸਤਿਗੁਰ ਦੀ ਰਹਿਮਤ ਇੰਨੀ ਹੈ ਕਿ ਜੇ ਉਹਨੂੰ ਯਾਦ ਕਰੋਗੇ ਤਾਂ ਸੁੱਖ ਹੀ ਸੁੱਖ ਹੋਏਗਾ, ਦੁੱਖ ਕਦੇ ਨਹੀਂ ਆਏਗਾ। ਜੀ ਜੇ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ। ਉਹੀ ਪਰਮਾਤਮਾ ਜੀ ਦੀ ਆਪਾਂ ਵਡਿਆਈ ਕਰ ਰਹੇ ਹਾਂ। ਕਹਿੰਦੇ ਉਹ ਤਾਂ ਮਿਲਿਆ ਜੇ ਅਸੀਂ ਮਾਲਕ ਨੂੰ, ਸਤਿਗੁਰ ਨੂੰ ਯਾਦ ਕੀਤਾ। ਸਤਿਗੁਰ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਜਿਹੜਾ ਗੁਰੂ ਹੈ, ਸਤਿਗੁਰੂ ਹੈ, ਉਹ ਪਰਮੇਸ਼ਰ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪੜ੍ਹਦੇ ਹੋ ਰੋਜ਼ ਸੁਖਮਨੀ ਸਾਹਿਬ 'ਚ ਉਹਨਾਂ ਨੇ ਲਿਖਿਆ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੌਣ ਹੈ? ਜਿਹਨੇ ਆਪਣਾ ਆਪ ਜਾਣ ਲਿਆ ਕਿ ਮੈਂ ਕੌਣ ਹਾਂ। ਆਪਣੀ ਆਤਮਿਕ ਗਿਆਨ ਜਿਹਨੂੰ ਹੋ ਗਿਆ ਕਿ ਮੈਂ ਕੌਣ ਹਾਂ, ਉਹ ਬ੍ਰਹਮ ਗਿਆਨੀ ਹੈ। ਉਹ ਕੌਣ ਜਾਣ ਸਕਦਾ? ਉਹ ਸੰਤ ਜਾਣ ਸਕਦੇ ਆ। ਸੰਤਾਂ ਨੂੰ ਪਤਾ ਹੈ ਕਿ ਮੈਂ ਕੌਣ ਹਾਂ। ਇਸ ਕਰਕੇ ਜਦੋਂ ਬ੍ਰਹਮ ਗਿਆਨੀ ਬਣ ਗਿਆ ਵਿਅਕਤੀ ਤਾਂ ਉਹਨੂੰ ਪਰਮੇਸ਼ਰ ਤੇ ਉਹਦੇ 'ਚ ਫਰਕ ਨਹੀਂ ਰਹਿ ਜਾਂਦਾ। ਸੋ ਉਹਨਾਂ ਨੇ ਲਿਖ ਦਿੱਤਾ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਫਿਰ ਅਸੀਂ ਹੋਰ ਕਿਹੜੇ ਰੱਬ ਨੂੰ ਲੱਭਦੇ ਹਾਂ? ਜੀ ਜਿਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਨ ਹਾਰਾ ਰਾਮ ਰਾਜੇ। ਗੱਲ ਇੰਨੀ ਹੋਈ ਹੈ, ਜਿਹਦੇ ਅੰਦਰ ਪਰਮੇਸ਼ਰ ਦੀ ਪ੍ਰੀਤ ਹੈ ਉਹਨੂੰ ਰੱਖਣ ਵਾਲਾ ਪਰਮੇਸ਼ਰ ਆਪ ਹੀ ਹੈ। ਬਸ ਇੰਨੀ ਕੁ ਗੱਲ ਉਹ ਚਾਹੁੰਦਾ,
ਇੰਨੀ ਕੁ ਗੱਲ ਉਹ ਚਾਹੁੰਦਾ ਹੈ ਕਿ ਤੂੰ ਅੰਦਰ ਪ੍ਰੀਤ ਲਿਆ, ਫਿਰ ਉਹ ਤੇਰੀਆਂ 21 ਕੁਲਾਂ ਤਾਰਨ ਤੱਕ ਵੀ ਤਿਆਰ ਹੋ ਜਾਏਗਾ। ਤੈਨੂੰ ਤਾਂ ਤਾਰਨਾ ਹੀ ਤਾਰਨਾ ਹੈ, ਤੇਰੀਆਂ 21 ਕੁਲਾਂ ਤਾਰ ਦੇਗਾ ਜੇ ਅੰਦਰ ਤੇਰੇ ਪ੍ਰੀਤ ਹੈ। ਉਹ ਪ੍ਰੀਤ ਕਿਵੇਂ ਪਤਾ ਲੱਗੇਗਾ ਕਿ ਸਾਡੇ ਅੰਦਰ ਪ੍ਰੀਤ ਹੈ? ਜਦੋਂ ਕਿਤੇ ਤੁਸੀਂ ਸਿਮਰਨ ਤੇ ਬੈਠਦੇ ਹੋ, ਭਜਨ ਤੇ ਬੈਠਦੇ ਹੋ, ਸਤਿਗੁਰ ਦਾ ਸਰੂਪ ਤੁਹਾਡੇ ਸਾਹਮਣੇ ਆ ਗਿਆ, ਤੁਹਾਡੇ ਸਰੀਰ 'ਚ ਇੱਕ ਝਰਨਾਹਟ ਛਿੜੀ, ਕੰਪਨ ਛਿੜ ਗਈ, ਜਿਵੇਂ ਭਾਲਾ ਲੱਗਦਾ, ਇਸ ਤਰ੍ਹਾਂ ਦਾ ਹੋ ਗਿਆ ਵੀ ਕਿਵੇਂ ਮਾਲਕ ਨੂੰ ਕਿੱਥੋਂ ਲਿਆਵਾਂ। ਉਹ ਜਿਹੜੀ ਸਥਿਤੀ ਆ ਜਾਂਦੀ ਹੈ, ਉਹ ਪ੍ਰੇਮ ਦੀ ਸਥਿਤੀ ਹੈ। ਸਮਝੋ ਉਦੋਂ ਪਰਮੇਸ਼ਰ ਤੁਹਾਡੇ ਨੇੜੇ ਹੈ, ਤੁਸੀਂ ਪਾ ਲਿਆ ਪਰਮੇਸ਼ਰ ਨੂੰ। ਇਹਦਾ ਮਤਲਬ ਤੁਹਾਨੂੰ ਜੁੜਨ ਦੀ ਹੋਈ ਰੌਲਾ ਹੈ। ਬਸ ਜਦੋਂ ਆਪਾਂ ਜੁੜਾਂਗੇ ਤਾਂ ਪਰਮੇਸ਼ਰ ਸਾਡੇ ਕੋਲ ਹੈ। ਪ੍ਰੇਮ ਤੋਂ ਬਿਨਾਂ ਤਾਂ ਮਿਲਦਾ ਹੀ ਨਹੀਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਦਾ, ਚਾਹੇ ਉਹ ਰਿਸ਼ੀ ਹੈ, ਚਾਹੇ ਮੁਨੀ ਹੈ, ਚਾਹੇ ਜੋਗੀ ਹੈ, ਚਾਹੇ ਇਨਸਾਨ ਦੁਨੀਆ 'ਚ ਵਿਚਰਨ ਵਾਲਾ ਹੈ। ਪ੍ਰੇਮ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਿਆ। ਵੱਡੇ ਵੱਡੇ ਜੋਗੀ ਜਿਹੜੇ ਨੇ ਉਹ ਹਾਰ ਕੇ ਚਲੇ ਗਏ, ਤਪੱਸਿਆ ਵੀ ਕੀਤੀ, ਜੁੱਗਾਂ ਤੱਕ ਤਪੱਸਿਆ ਵੀ ਕੀਤੀ, ਫਿਰ ਹਾਰ ਕੇ ਚਲੇ ਗਏ। ਕਿਉਂ? ਦੁਨੀਆ 'ਚ ਆ ਕੇ ਫਿਰ ਫਸ ਗਏ, ਉੱਥੇ ਨਿਰਲੇਪ ਰਹੇ। ਜਦੋਂ ਦੁਨੀਆ 'ਚ ਚੱਕਰ ਲਾਇਆ, ਜਿਹੜੇ ਬਹੁਤੇ परमात्मा ਨੂੰ ਮਿਲਣ ਵਾਲੇ ਸੰਨਿਆਸੀ ਲੋਕ ਨੇ ਨਾ, ਉਹ ਦੁਨੀਆ 'ਚ ਆ ਕੇ ਫਸਦੇ ਨੇ। ਉਹ ਕਹਿੰਦੇ ਅਸੀਂ ਸ਼ਹਿਰ 'ਚ ਜਾਣਾ ਹੀ ਨਹੀਂ, ਕਿਤੇ ਅਸੀਂ ਫਸ ਨਾ ਜਾਈਏ। ਉਹ ਅਜਮਲ ਵਾਲੀ ਗੱਲ, ਅਜਮਲ ਸੋਹਣਾ ਸੀ, ਗੁਰੂ ਨੇ ਕਹਿ ਦਿੱਤਾ ਕਿ ਸ਼ਹਿਰ 'ਚ ਨਾ ਜਾਈ, ਤੂੰ ਮੇਰੇ ਕੋਲ ਪੜ੍ਹਨ ਆਉਣਾ, ਸ਼ਹਿਰ 'ਚ ਨਾ ਜਾਈ। ਉਹ 5-7 ਸਾਲ ਨਹੀਂ ਗਿਆ, ਰੋਜ਼ ਪੜ੍ਹਨ ਜਾਂਦਾ ਸੀ, ਬਾਹਰੋਂ ਬਾਰ ਮੁੜ ਜਾਂਦਾ ਸੀ। ਲੇਕਿਨ ਇੱਕ ਦਿਨ ਸੋਚਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਉਂ ਰੋਕਿਆ? ਦੁਨੀਆ ਸਾਰੀ ਸ਼ਹਿਰ 'ਚ ਜਾਂਦੀ ਹੈ, ਮੈਂ ਕਿ ਮੈਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਜਦੋਂ ਸ਼ਹਿਰ 'ਚੋਂ ਲੰਘਿਆ, ਵੇਸਵਾਵਾਂ ਦੇ ਅੱਡੇ ਦੇ ਅੱਗੋਂ ਦੀ, ਕਿਉਂਕਿ ਸੋਹਣਾ ਬਹੁਤ ਸੀਗਾ, ਘਿਰ ਗਿਆ ਉਹਨਾਂ 'ਚ। ਉਹ ਐਸਾ ਘਿਰਿਆ, ਉਹਨਾਂ ਨੇ ਆਪਣਾ ਜਾਲ 'ਚ ਫਸਾ ਲਿਆ ਉਹਨੂੰ। ਇੱਥੋਂ ਉਹਦਾ ਜਿਹੜਾ ਪਾਪ ਹੈ ਉਹ ਸ਼ੁਰੂ ਹੋਇਆ ਅਜਮਲ ਦਾ। ਨਹੀਂ, ਅਜਮਲ ਬਹੁਤ ਵਧੀਆ ਚੰਗੇ ਵਿਦਵਾਨ ਪੰਡਤ ਦਾ ਬੇਟਾ ਸੀ। ਉਹ ਚੰਗੀ ਵਿੱਦਿਆ ਦੇਣ ਵਾਸਤੇ ਕਿਸੇ ਗੁਰੂ ਕੋਲ ਭੇਜਿਆ ਸੀ ਉਹਨੂੰ, ਲੇਕਿਨ ਗੁਰੂ ਦਾ ਕਹਿਣਾ ਨਾ ਮੰਨਿਆ। ਗੁਰੂ ਦੇ ਕਹਿਣੇ ਤੇ ਸ਼ੱਕ ਹੋ ਗਿਆ ਕਿ ਮੈਨੂੰ ਕਿਉਂ ਰੋਕਿਆ ਗਿਆ, ਮੈਂ ਜਾਵਾਂ। ਬਸ ਉਹਨੇ ਉਲਟਾਇਆ ਵਚਨ ਗੁਰੂ ਦਾ, ਪੁੱਠਾ ਕਰ ਲਿਆ, ਜੀਵਨ ਪੁੱਠਾ ਹੋ ਗਿਆ। ਫਿਰ ਸਤਿਗੁਰ ਨੂੰ ਰਹਿਮਤ ਆਈ, ਕਿਸੇ ਸੰਤ ਦੇ ਰੂਪ 'ਚ ਆਏ ਕਿ ਚਲੋ ਇਹਨੇ ਤਾਂ ਜੋ ਕਰਨਾ ਸੀ ਕਰ ਲਿਆ, ਹੁਣ ਇਹਦਾ ਉद्धार ਕਰੀਏ। ਤਾਂ ਉਹਨਾਂ ਨੇ ਕਿਹਾ ਕਿ ਆਪਦੇ ਬੇਟੇ ਦਾ ਨਾਂ ਰੱਖ, ਜਿਵੇਂ ਪਹਿਲਾਂ ਸੁਣਾਇਆ ਤੁਹਾਨੂੰ। ਸੋ ਉਹਦਾ ਉद्धार ਕਰਨ ਵਾਸਤੇ ਫਿਰ ਸੰਤ ਆਏ। ਸੰਤਾਂ ਤੋਂ ਬਿਨਾਂ ਜੀਵ ਦਾ ਉद्धार ਨਹੀਂ ਹੋ ਸਕਦਾ ਜੀ। तिन की निंदा कोई क्या करे, जिन हर नाम प्यारा। जिन्हों हरि दा नाम प्यारा है, ध्याया ही उन्हें हरि दा नाम है, ਉਹਦੀ ਨਿੰਦਾ ਕਰਕੇ ਕੋਈ ਕੀ ਕਰੂਗਾ? ਕਰੀ ਜਾਓ ਨਿੰਦਾ। ਨਿੰਦਕ ਹਮਰੇ ਕੱਪੜੇ ਧੋਵੇ, ਕਬੀਰ ਸਾਹਿਬ ਨੇ ਲਿਖਿਆ। मेरे तो कपड़े धो दिंदा बिना साबन, बिन पानी साबन बिना उज्जल करे सुभाए। बिना पानी बिना साबन तो मेरा सुभाव उज्जल कर दिता। निंदक नेरे राखिए आंगन कुटी छवाए। कुटी हुंदा कुटिया, छवाए हुंदा बना लैनी। कहने निंदक नूं तां कदे भी माड़ा ना बोलो, ओनू तां कह तू मेरे आंगन च रह, तेरे वास्ते मैं कुटिया भी बना दिना। जेड़े माड़ी मोटी रहिंदी निंदा ना, वो सारे मेरे औगन तैनूं पता लग जाएगा। निंदक नेरे राखिए आंगन कुटी छवाए, बिन पानी साबन बिना उज्जल करे सुभाए। ना पानी की लोड़ पई, ना साबन की लोड़ पई, मेरा अंतर आत्मा शुद्ध कर दी, मैं बिल्कुल मैल तो रहत हो गया। किड्डा वधिया काम किया। सो इस करके जो निंदक है वो साडा सुभाव वधिया कर दिंदा। जे कोई साडी निंदा करेगा, असीं मालक दे नाल जुड़े हुए हैं, वह तो सवेरे शाम ही गुरुद्वारे चली जाती है। एडी भी की गल है, गुरुद्वारे क्यों जाते? इन्नी गल च निंदा कर देंगे। ਜਾਂ ਇਹ ਕਹਿੰਦੀ, ਉਹ ਕਹਿੰਦੀ ਵੀ ਚਲੋ ਮੈਂ 2 ਬੁਰਕੀਆਂ ਪ੍ਰਸ਼ਾਦ ਮਹਾਰਾਜ ਦਾ ਪਹਿਲਾਂ ਲੈ ਕੇ ਫਿਰ ਮੈਂ ਘਰ ਲੰਗਰ ਛਕੂ। ਲੈ ਤਾਂ ਉੱਥੇ ਬ੍ਰੇਕਫਾਸਟ ਕਰੇ ਆਉਂਦੇ ਆ। ਨਿੰਦਾ ਕਰਤੀ, ਸਾਰਾ ਹੀ ਭਾਰ ਚੱਕ ਲਿਆ ਉਹਦਾ। ਉਹ ਹਲਕਾ ਫੁੱਲ ਵਰਗਾ ਹੋ ਗਿਆ। ਉਹਦਾ ਕੀ ਗਿਆ? ਕਹਿੰਦੇ ਜੇ ਕੋਈ ਗੁਰੂ ਦੇ ਦਰਵਾਜ਼ੇ ਤੇ ਜਾਂਦਾ ਹੈ, ਗੁਰੂ ਦੇ ਨਾਲ ਜੁੜਦਾ ਹੈ, ਜੇ ਕੋਈ ਉਹਦੀ ਨਿੰਦਾ ਕਰੂਗਾ, ਉਹ ਕੁਛ ਨਹੀਂ ਲੈ ਸਕਦਾ। ਸਾਰਾ ਭਾਰ ਉਹਦਾ, ਕਹਿੰਦੇ ਨਾ, ਮੁਫਤ ਦਾ ਬਲਦ ਬਣ ਗਿਆ, ਘੋੜਾ ਬਣ ਗਿਆ, ਕੁਛ ਕਹਿ ਲੋ। ਮੁਫਤੀ ਉਹਦਾ ਭਾਰ ਚੱਕ ਕੇ, ਸਾਤੋਂ ਤਾਂ ਆਪਦਾ ਨਹੀਂ ਚੱਕਿਆ ਜਾਂਦਾ, ਦੂਜੇ ਦਾ ਕੀ ਚੱਕ ਲਾਂਗੇ। ਲੇਕਿਨ ਚੱਕਦਾ, ਖੁਸ਼ੀ ਚੱਕਦਾ। ਉਹ ਪਹਿਲੀ ਵਾਰ ਬੰਜਾਰਨ ਆਈ, ਸਿਰ ਸੁੱਖਾਂ ਦੀ ਖਾਰੀ। ਉਹ ਆਉਂਦੀ ਹੈ ਖਾਰੀ ਲੈ ਕੇ, ਖੁਸ਼ੀਆਂ ਦੀ ਭਰੀ ਹੋਈ ਹੈ। ਉਹ ਕਹਿੰਦੀ ਲੈ ਲਾ ਜੇ ਲੈਣੀ ਹੈ। ਕਹਿੰਦਾ ਸਾਰੀ ਦੇ ਜਾ। ਕਹਿੰਦੀ ਸਾਰੀ ਨਹੀਂ ਮਿਲਦੀ, ਕੁਛ ਲੈ ਜਾ। ਫਿਰ ਦੂਜੀ ਵਾਰ ਬੰਜਾਰਨ ਆਉਂਦੀ ਹੈ, ਅੱਧੀ ਖਾਰੀ ਲੈ ਕੇ, ਅੱਧੇ ਸੁੱਖ ਤੇ ਅੱਧੇ ਗਮ। ਉਹ ਕਹਿੰਦੇ ਵੀ ਖੁਸ਼ੀਆਂ ਦੇ ਦੇ ਤੇ ਗਮ ਲੈ ਜਾ। ਕਹਿੰਦਾ ਇਹ ਵੀ ਨਹੀਂ ਹੋਣਾ, ਗਮ ਕਿਵੇਂ ਦਊਂਗਾ ਮੈਂ? ਇਹ ਜੀਵ ਦਾ ਇਹ ਹਾਲ ਹੈ। ਤੀਜੀ ਵਾਰ ਬੰਜਾਰਨ ਆਉਂਦੀ ਹੈ ਦੁੱਖਾਂ ਦੀ ਖਾਰੀ ਲੈ ਕੇ।
ਹੁਣ ਤੁਰਿਆ ਨਹੀਂ ਜਾਂਦਾ, ਰੰਗ ਪੀਲਾ ਪੈ ਗਿਆ ਜਿਹਦੇ ਚੱਕੀ ਹੋਈ ਹੈ, ਤਾਂ ਆਪ ਹੀ ਕਹਿੰਦੇ ਮੈਂ ਅੱਗੇ ਹੋ ਗਿਆ, ਮੈਨੂੰ ਤਰਸ ਆ ਗਿਆ, ਮੈਂ ਸਾਰੀ ਦੀ ਸਾਰੀ ਖਾਰੀ ਲਵਾ ਲਈ। ਮਤਲਬ ਦੁੱਖ ਮੈਂ 1 ਮਿੰਟ 'ਚ ਖਰੀਦ ਲਏ, ਨਾ ਮੈਂ ਸੁੱਖਾਂ ਦਾ ਵਪਾਰੀ ਬਣਿਆ, ਨਾ ਸੁੱਖਾਂ ਦਾ ਵਪਾਰੀ ਬਣਿਆ। ਜਿੰਨੇ ਦੁੱਖ ਸੀ 1 ਸੈਕਿੰਡ ਦੇ ਵਿੱਚ ਖਰੀਦ ਲਏ। ਇਹ ਬੰਦਾ ਆਪ ਖਰੀਦਦਾ ਦੁੱਖ, ਇਹਨੂੰ ਦੇਣ ਵਾਲਾ ਕੋਈ ਨਹੀਂ, ਇਹ ਆਪ ਖਰੀਦਦਾ। ਕਿਉਂਕਿ ਅਚੇਤ ਪਾਪ ਜਦੋਂ ਕਰ ਜਾਂਦਾ ਨਾ, ਕਈ ਵਾਰੀ ਅਸੀਂ ਪਾਪ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਬਾਣੀ 'ਚ ਲਿਖਿਆ ਮਨ ਅਚੇਤ ਪਾਪ ਤੇ ਡਰ ਰਹੇ। ਕਹਿੰਦੇ ਅਚੇਤ ਪਾਪ ਤੋਂ ਡਰ ਜਾ, ਪਰੇ ਹੋ, ਨਹੀਂ ਤਾਂ ਕਿਤੇ ਤੂੰ ਫਸ ਨਾ ਜਾਈਂ। ਸੋ ਇਸ ਕਰਕੇ ਭੁਗਤਾਨ ਤਾਂ ਸਾਨੂੰ ਕਰਨਾ ਹੀ ਪੈਣਾ ਹੈ। ਸਾਨੂੰ ਚੰਗੇ ਕਰਮ ਦਾ ਫਲ ਚੰਗਾ ਮਿਲੇਗਾ, ਮਾੜੇ ਦਾ ਮਾੜਾ ਮਿਲੇਗਾ। ਨਿੰਦਾ ਤੋਂ ਅਸੀਂ ਦੂਰ ਰਹਿਣਾ ਹੈ ਜੀ। ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸਤ ਚੱਖ ਮਾਰਾ। ਕਹਿੰਦੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲ ਜੁੜ ਗਿਆ, ਜਿੰਨੇ ਦੁਸ਼ਟ ਲੋਕ ਹੈ, ਦੁਸ਼ਟ ਮਤਲਬ ਨਿੰਦਾ ਕਰਨ ਵਾਲੇ ਹੈ, ਉਹ ਕਹਿੰਦੇ ਝੱਖ ਮਾਰਦੇ। ਝੱਖ ਮਾਰਨਾ ਹੁੰਦਾ ਫਜ਼ੂਲ ਹੀ ਗੱਲਾਂ ਕਰਨੀਆਂ, ਐਵੇਂ ਬੇਮਤਲਬੀ ਗੱਲ ਜਿਹੜੀ ਆ ਉਹ ਕਹੀ ਜਾਣਾ। ਕਹਿੰਦੇ ਉਹ ਤਾਂ ਬੇਮਤਲਬੀਆਂ ਗੱਲਾਂ ਕਰਦੇ, ਮੈਨੂੰ ਉਹਦੇ 'ਚ ਕੀ ਹੈ। ਭਗਤ ਰਵਿਦਾਸ ਦੀ ਗੱਲ ਤੁਹਾਨੂੰ ਸੁਣਾਈ ਹੈ, ਉਹ ਕੋਈ ਵਿਅਕਤੀ ਨਹੀਂ ਜਿਹਨੇ ਭਗਤ ਰਵਿਦਾਸ ਦੀ ਨਿੰਦਾ ਨਹੀਂ ਕੀਤੀ, ਜਿਹਨੇ ਭਗਤ ਰਵਿਦਾਸ ਦਾ ਉਹਦੇ ਚੋਟ ਸਨਮਾਨ ਨੂੰ ਚੋਟ ਨਹੀਂ ਪਹੁੰਚਾਈ, ਕੋਈ ਐਸਾ ਵਿਅਕਤੀ ਨਹੀਂ। ਲੇਕਿਨ ਮਾਲਕ ਨੇ ਹਰ ਥਾਂ ਉਹਦੀ ਰੱਖਿਆ ਕੀਤੀ ਹੈ, ਕਿਉਂਕਿ ਉਹ ਭਗਤ ਹੈ। ਉਹਨੇ ਕੀ ਲੈਣਾ? ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਪਾਓਗਾ ਦੂਜਾ। ਰੇ ਮਨ ਮਨ ਰੇ ਜਨ ਮਨ ਮਾਧਿਓ ਸੋ ਲਾਈਏ, ਚਤੁਰਾਈ ਨਾ ਚਤੁਰ ਪੁਜ ਪਾਈਏ। ਕਹਿੰਦੇ ਮਨ ਨੂੰ ਮਾਧੋ ਨਾਲ ਲਾ ਲੈ, ਚਤੁਰਾਈ ਦੇ ਨਾਲ ਪਰਮੇਸ਼ਰ ਨਹੀਂ ਮਿਲਣਾ। ਜਿਵੇਂ ਅਸੀਂ ਗੱਲਾਂ ਦੇ ਵਿੱਚ ਦੁਨੀਆ ਨਾਲ ਗੱਲਾਂ ਕਰਕੇ ਆਪਣੀ ਚਤੁਰਾਈ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮਾਲਕ ਦੇ ਦਰਵਾਜ਼ੇ ਤੇ ਜਾ ਕੇ ਚਤੁਰਾਈ ਨਾਲ ਪਰਮੇਸ਼ਰ ਨਹੀਂ ਮਿਲਣਾ। ਤੂੰ ਪਾਸੇ ਹੋ, ਮੈਂ ਅੱਗੇ ਲੰਘ ਜਾ, ਮੈਨੂੰ ਲੰਘਣਾ ਆਉਂਦਾ ਨਹੀਂ। ਉਹ ਕਹਿੰਦਾ ਤੈਨੂੰ ਤੂੰ ਅੱਗੇ ਵੀ ਲੰਘ ਜਾਏਗਾ, ਤੈਨੂੰ ਫੇਰ ਵੀ ਕੁਝ ਦਿਸਣਾ ਨਹੀਂ। ਤੂੰ ਮੇਰੀ ਰਜ਼ਾ 'ਚ ਰਾਜ਼ੀ ਰਹਿਣ ਸਿੱਖ ਜਾ, ਤੂੰ ਮੇਰੇ ਹੁਕਮ ਨੂੰ ਮੰਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਵਾਲ ਕੀਤਾ ਪਹਿਲਾਂ ਕਿ ਇਹ ਝੂਠ ਦੀ ਪੰਡ ਕਿਵੇਂ ਲੈ ਸਕਦੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਸਚਿਆਰ ਹੁੰਦਾ ਮਾਲਕ ਦੇ ਰਾਹ ਲੱਗਣਾ। ਕਹਿੰਦੇ ਕਿਵੇਂ ਮੈਂ ਸਚਿਆਰਾ ਬਣਾ? ਇਹ ਝੂਠ ਦੀ ਕੰਧ ਕਿਵੇਂ ਟੁੱਟੇ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਨਾਲ ਹੀ ਜਵਾਬ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਾਲ ਪਾਇਆ, ਉਹਦਾ ਜਵਾਬ ਨਾਲ ਹੀ ਹੈ। ਕਿਤੇ ਦੂਜਾ ਪੰਨਾ ਇੱਧਰ ਉੱਧਰ ਦੂਜੇ ਅੰਗ ਤੇ ਜਾ ਕੇ ਜਾਣ ਦੀ ਲੋੜ ਨਹੀਂ, ਉਸੇ ਅੰਗ ਤੇ ਹੀ ਜਵਾਬ, ਉਸੇ ਨਾਲ ਹੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਨਾਲ ਹੀ ਕਿਹਾ ਮਹਾਰਾਜ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਉਹਦੇ ਹੁਕਮ 'ਚ ਚੱਲ, ਸਚਿਆਰ ਹੋ ਜਾਏਗਾ। ਕੂੜ ਦੀ ਕੰਧ ਢਹਿ ਜਾਏਗੀ। ਕੂੜ ਦੀ ਕੰਧ ਹੈ, ਆਹ ਕਮਰਾ ਹੈ, ਉਹ ਕਮਰਾ ਹੈ, ਵਿਚਾਲੇ ਇੱਕ ਕੰਧ ਹੈ। ਉਹ ਕੰਧ ਨੂੰ ਤੁਸੀਂ ਢਾਤਾ, ਆਟੋਮੈਟਿਕ ਹੀ ਦੂਜੇ ਕਮਰੇ 'ਚ ਚਲੇ ਗਏ, ਕਦਮ ਵੀ ਪੱਟਣ ਦੀ ਲੋੜ ਨਹੀਂ, ਸਚਿਆਰ ਬਣ ਗਏ। ਬਸ ਉਹ ਹੈ, ਜਦੋਂ ਅਸੀਂ ਉਹਦੇ ਹੁਕਮ ਨੂੰ ਮੰਨਾਂਗੇ, ਉਹਦੀ ਰਜ਼ਾ 'ਚ ਰਾਜ਼ੀ ਰਵਾਂਗੇ, ਤਾਂ ਫੇਰ ਅਸੀਂ ਬੇੜਾ ਪਾਰ ਹੋ ਜਾਏਗਾ ਜੀ। ਜਨ ਨਾਨਕ ਨਾਮ ਧਿਆਇਆ, ਹਰ ਰਾਖਨ ਹਾਰਾ। ਜਿਹਨੇ ਮਾਲਕ ਦਾ ਨਾਮ ਧਿਆ ਲਿਆ, ਉਹ ਮਾਲਕ ਦਾ ਨਾਮ ਹੀ ਉਹਨੂੰ ਰੱਖਣ ਵਾਲਾ ਹੈ। ਨਾਮ ਇੱਕ ਉਹ ਸ਼ਕਤੀ ਹੈ ਜਿਹੜੀ ਸਾਡੇ ਰੋਮ ਰੋਮ ਦੇ ਵਿੱਚ ਸਮਾਈ ਹੋਈ ਹੈ। ਨਾਮ ਉਹ ਸ਼ਕਤੀ ਹੈ ਜਿਹੜੀ ਸਾਡੇ ਰੋਮ ਰੋਮ 'ਚ ਸਮਾਈ ਹੋਈ ਹੈ, ਕੋਈ ਹੋਰ ਨਹੀਂ, ਬਾਹਰੋਂ ਨਹੀਂ ਆਉਣੀ ਕੋਈ ਚੀਜ਼, ਉਹੀ ਹੈ। ਜਦੋਂ ਰਾਮ ਨੇ ਪੁਲ ਬੰਨਿਆ, ਸੈਨਾ ਬੁਲਾਈ, ਉਹਨੇ ਸਾਰਿਆਂ ਨੂੰ, ਬਾਂਦਰਾਂ ਨੂੰ, ਰਿੱਛਾਂ ਨੂੰ ਬੁਲਾ ਕੇ ਪੁਲ ਬੰਨ ਲਿਆ। ਲੇਕਿਨ ਨਾਮ ਨੇ ਅਨੇਕਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ। ਨਾਮ ਨੂੰ ਕੁਝ ਲੋੜ ਹੀ ਨਹੀਂ ਪਈ ਕਿ ਪੁਲ ਬੰਨੀਏ, ਆਹ ਕਰੀਏ, ਨਾ, ਉਹਨੇ ਹਰੇਕ ਨੂੰ ਪਾਰ ਕਰ ਦਿੱਤਾ, ਬੇੜਾ ਪਾਰ ਕਰ ਦਿੱਤਾ। ਕੱਲ ਵੀ ਸਤਸੰਗ ਹੋਇਆ ਸੀ, ਥੋੜੇ ਦਿਨ 2-4 ਦਿਨ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਤੁਲਸੀਦਾਸ ਦੀ ਰਾਮਾਇਣ ਦੇ ਵਿੱਚ ਕਿਤੇ ਕਿਸੇ ਨੇ ਕੋਈ ਗਲਤੀ ਨਹੀਂ ਕੱਢੀ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਵੇਖਦੇ ਹਾਂ ਕਿਤੇ ਕੋਈ ਤਰੁਟੀ ਹੈ, ਉਹ ਪੈਨ ਨਾਲ ਠੀਕ ਕੀਤੀ ਹੋਈ ਹੈ। ਲੇਕਿਨ ਬਹੁਤ ਚਿਰ ਪਹਿਲਾਂ ਉਹ ਲਿਖੀ ਗਈ, 1631 ਦੇ ਵਿੱਚ ਉਹ ਲਿਖੀ ਜਾ ਚੁੱਕੀ ਸੀ। ਚਲੋ ਉਦੋਂ ਦੀ ਗੱਲ ਹੈ ਜਦੋਂ ਗੁਰੂ ਗ੍ਰੰਥ ਸਾਹਿਬ 1631 ਸੰਮਤ ਉਹ ਲਿਖੀ ਜਾ ਚੁੱਕੀ ਸੀ, ਲੇਕਿਨ ਕਿਸੇ ਨੇ ਉਹਦੀ ਗਲਤੀ ਨਹੀਂ ਕੱਢੀ। ਉਹਦੇ 'ਚ ਇੱਕ ਤੁਕ
ਜਿਹੜੀ ਅੱਜ ਕੱਲ ਸੰਸਾਰ ਦੇ ਉੱਤੇ ਪ੍ਰਸਿੱਧ ਹੋਈ ਹੋਈ ਹੈ, ਢੋਲ ਗਵਾਰ ਸੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਮੈਂ ਥੋੜੇ ਦਿਨ ਪਹਿਲਾਂ ਵੀ ਕਿਹਾ, ਅੱਜ ਮੈਂ ਰਿਪੀਟ ਕਰ ਰਹੀ ਹਾਂ ਤਾਂ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਜੇ ਕਿੱਡਾ ਨਰਾਦਰ ਕੀਤਾ ਨਾਰੀ ਦਾ। ਅਸੀਂ ਤੁਲਸੀਦਾਸ ਨੇ ਨਹੀਂ ਕੀਤਾ, ਕਿਉਂਕਿ ਉਹ ਗਲਤੀ ਠੀਕ ਨਹੀਂ ਕੀਤੀ। ਉਹਨਾਂ ਦੀ ਹੱਥ ਲਿਖਤ ਮਿਲੀ ਹੈ, ਉਹਦੇ ਚ ਲਿਖਿਆ ਹੈ ਢੋਲ ਗਵਾਰ क्षुद्ध पशु रारी। क्षुद्ध पशु ਹੁੰਦਾ ਜਿਹੜਾ ਬਾਹਰ ਆਵਾਰਾ ਤੁਰੇ ਫਿਰਦੇ ਆ, ਅੱਜ ਵੀ ਸਾਨੂੰ ਤੰਗ ਕਰ ਰਹੇ, ਉਦੋਂ ਵੀ ਕਰਦੇ ਸੀ। ਢੋਲ ਗਵਾਰ, ਢੋਲ ਜਿਹੜਾ ਹੈ ਉਹ ਇੱਕ ਗਵਾਰ, ਇੱਕ क्षुद्ध पशु ਜਿਹੜਾ ਬਾਹਰ ਆਵਾਰਾ ਨੇ, ਰਾਰੀ ਝਗੜਾਲੂ, ਇਹ ਸਭ ਤਾੜਨ ਕੇ ਅਧਿਕਾਰੀ। ਉਹਨਾਂ ਨੇ ਸਾਫ਼ ਲਿਖਿਆ ਹੈ। ਮੈਂ ਬੜੀ ਖੁਸ਼ ਹੋਈ ਸੀ, ਮੈਂ ਕਿਹਾ ਇੱਕ ਗੱਲ ਜਿਹੜੀ ਹੈ ਸੰਤ ਤੁਲਸੀਦਾਸ ਨੇ ਨਾਰੀ ਨੂੰ, ਨਾਰੀ ਜਾਤੀ ਨੂੰ ਕੁਝ ਕਹਿ ਕੇ ਅਪਰਾਧੀ ਬਣ ਗਏ। ਉਹ ਦੁਨੀਆ ਤੇ ਸੀਗਾ ਕਿ ਉਹਨਾਂ ਨੇ ਨਾਰੀ ਦਾ ਸਨਮਾਨ ਨਹੀਂ ਕੀਤਾ, ਪਰ ਨਹੀਂ, ਉਹਨਾਂ ਨੇ ਤਾਂ ਲਿਖਿਆ ਹੀ ਨਹੀਂ ਢੋਲ ਗਵਾਰ क्षुद्ध पशु रारी ਇਹ ਸਭ ਤਾੜਨ ਕੇ ਅਧਿਕਾਰੀ। ਬਾਣੀ ਨੂੰ ਅਸੀਂ ਵਿਚਾਰਦੇ ਨੇ, ਕਿਸੇ ਨੇ ਗਲਤੀ ਕੱਢੀ ਨੇ ਉਵੇਂ ਤੁਰੇ ਜਾਂਦੇ ਨੇ, ਪਾਠ ਕਰ ਲਿਆ ਭੋਗ ਪਾਤਾ, ਨਹੀਂ ਵਿਚਾਰ ਉਹਦਾ ਕੋਈ ਲੱਭੋ ਕਿ ਉਹਦੀ ਅਸਲੀ ਜਿਹੜੀ ਲਿਪੀ ਜਿੱਥੇ ਹੈ, ਪ੍ਰਤੀਲਿਪੀ ਉਹ ਕਿਹੜੀ ਹੈ, ਕਿਤੇ ਮਿਲਾ ਹੀ ਲਈਏ ਅਸੀਂ। ਸੋ ਅਸੀਂ ਗਲਤ ਕਰਦੇ ਕਰਦੇ ਜੀਵਨ ਬਤਾ ਲਵਾਂਗੇ, ਠੀਕ ਵਾਲੇ ਪਾਸੇ ਆਉਂਦੇ ਹੀ ਨਹੀਂ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਦੇਖੋ ਕਿੰਨੀ ਵਧੀਆ ਗੱਲ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਜੇ ਅਸੀਂ ਇਹ ਕਹੀਏ ਕਿ ਸਤਯੁਗ ਦੇ ਵਿੱਚ ਤਾਂ ਸਾਰੇ ਲੋਕ ਸੱਚੇ ਸਨ, ਉੱਥੇ ਕਿਸੇ ਭਗਤ, ਸਾਰੇ ਹੀ ਭਗਤ ਸਨ, ਵਨ ਟੂ ਆਲ, ਫਿਰ ਉੱਥੇ ਪ੍ਰਹਲਾਦ ਤੇ ਹਰਨਾਕਸ਼ ਦੋਨੋਂ ਵਿਰੋਧੀ ਧਿਰਾਂ ਕਿਉਂ ਹੋਈਆਂ? ਸਾਰੇ ਬੜੇ ਵਧੀਆ ਸਨ, ਰਾਜੇ ਤੇ ਰਾਣੀਆਂ, ਫਿਰ ਉੱਥੇ ਧਰੂ ਦੀ ਮਾਂ ਜੋ ਸੁਨੀਤੀ ਹੈ ਉਹਦਾ ਨਰਾਦਰ ਤੇ ਬੱਚੇ ਨੂੰ ਘਰੋਂ ਬਾਹਰ ਕੱਢ ਦੇਣਾ, ਇਹ ਕਿਉਂ ਹੋਇਆ? ਕਿਉਂਕਿ ਹਰ ਯੁੱਗ ਦੇ ਵਿੱਚ ਕਲਯੁਗ ਆਇਆ, ਹਰ ਯੁੱਗ ਦੇ ਵਿੱਚ ਭਗਵਾਨ ਨੇ ਆਪਣੇ ਭਗਤ ਦੀ ਲਾਜ ਰੱਖੀ। ਧਰੂ ਜਿਹੜਾ ਹੈ, ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਦੱਸਦੀ ਹਾਂ, ਜ਼ਿਆਦਾ ਨਹੀਂ। ਧਰੂ ਸੁਨੀਤੀ ਦਾ ਪੁੱਤਰ ਸੀ, ਉਤਾਨਪਾਦ ਰਾਜੇ ਦਾ ਬੇਟਾ ਸੀ। ਜਦੋਂ ਦੂਜੀ ਸੁਰੀਚੀ ਲੈ ਆਇਆ ਉਹ, ਤਾਂ ਉਹ ਐਨੀ ਚਤੁਰਾਈ ਵਾਲੀ ਲੇਡੀ ਔਰਤ ਸੀਗੀ, ਉਹਨੇ ਸੁਨੀਤੀ ਪਟਰਾਣੀ ਸੀ, ਉਹਨੂੰ ਪਰੇ ਹਟਾ ਕੇ ਆਪਣੀ ਥਾਂ ਬਣਾ ਲਈ। ਤੇ ਉਹ ਜੋ ਧਰੂ ਸੀ ਉਹ ਸੋਹਣਾ ਬਹੁਤ ਸੀ। ਜਦੋਂ ਵੀ ਰਾਜਾ ਉਤਾਨਪਾਦ ਨੇੜੇ ਆਉਂਦਾ ਸੀ ਉਹਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਸੁੰਦਰ ਸੀ, ਬੜਾ ਤਹਿਜ਼ੀਬ ਵਾਲਾ ਬੱਚਾ ਸੀ ਭਾਵੇਂ 6 ਸਾਲ ਦਾ, ਉਹ ਬੜਾ ਪਿਆਰ ਕਰਦਾ ਸੀ। ਇੱਕ ਦਿਨ ਸੁਰੂਚੀ ਦੇ ਸਾਹਮਣੇ ਪਿਆਰ ਕਰ ਬੈਠਾ, ਉਹਨੇ ਫੜ ਕੇ ਬਾਂਹ ਗੋਦੀ ਚੋਂ ਪਰੇ ਕਰਤਾ। ਜਦੋਂ ਬਾਂਹ ਫੜ ਕੇ ਪਰੇ ਕੀਤਾ, 6 ਸਾਲ ਦਾ ਬੱਚਾ, ਲੇਕਿਨ ਸਮਝ ਕਿੰਨੀ ਸੀ ਉਹਨੂੰ, ਉਹ ਆਪਣੀ ਮਾਂ ਨੂੰ, ਸੁਨੀਤੀ ਨੂੰ ਪੁੱਛਦਾ, ਮਾਂ ਮੈਨੂੰ ਕਿਉਂ ਬਾਹਰ ਕਰਤਾ? ਬਾਪ ਦੀ ਗੋਦੀ ਚੋਂ ਮੈਨੂੰ ਕਿਉਂ ਬਾਹਰ ਕਰਤਾ? ਮੈਨੂੰ ਪਿਆਰ ਹੀ ਕੀਤਾ ਸੀ ਨਾ। ਉਹਨੇ ਇਹ ਗੱਲ ਉਹਦੇ ਬੱਚੇ ਦੇ ਮਨ 'ਚ ਨਹੀਂ ਭਰੀ ਕਿ ਤੇਰੀ ਦੂਸਰੀ ਮਾਂ ਹੈ, ਇਹ ਤੇਰੀ ਮਤਰੇਈ ਮਾਂ ਹੈ, ਇਹ ਇਹੀ ਕੰਮ ਹੈ ਨਾ। ਉਹਨੇ ਕਿਹਾ ਇਹਦੇ ਮਨ 'ਚ ਮੈਂ ਕੋਈ ਵੈਰ ਭਾਵ ਨਹੀਂ ਭਰਨਾ। ਉਹ ਕਹਿੰਦੀ ਪੁੱਤਰ ਮੈਂ ਭਗਤੀ ਨਹੀਂ ਕੀਤੀ। ਕਹਿੰਦਾ ਤੂੰ ਰਾਣੀ ਹੈ ਕਿ ਗੋਲੀ ਹੈ? ਤੇਰੇ ਨਾਲ ਤਾਂ ਗੋਲਿਆਂ ਵਾਲਾ ਵਿਵਹਾਰ ਹੋ ਰਿਹਾ। ਕਹਿੰਦੀ ਮੈਂ ਪਿਛਲੇ ਜਨਮ 'ਚ ਭਗਤੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਇਸ ਕਰਕੇ ਮੇਰਾ ਇਹ ਹਾਲ ਹੈ। ਦੇਖੋ ਸੰਸਾਰ ਤੇ 2.5 ਮਾਵਾਂ ਜਿਹੜੀਆਂ ਨੇ ਉਹ ਪੂਰੀਆਂ 2.5 ਮਾਵਾਂ, ਇੱਕ ਧਰੂ ਦੀ ਮਾਂ, दूसरी प्रहलाद ਦੀ ਮਾਂ, ਤੀਸਰੀ ਜਿਹੜੀ ਨਹੀਂ, ਇੱਕ ਧਰੂ ਦੀ ਮਾਂ, ਦੂਜੀ ਫਰੀਦ ਦੀ ਮਾਂ, ਦੂਸਰੀ ਫਰੀਦ ਦੀ ਮਾਂ, ਤੇ ਅੱਧੀ ਮਾਂ ਜਿਹੜੀ ਹੈ ਭਗਵਾਨ ਕ੍ਰਿਸ਼ਨ ਦੀ ਯਸ਼ੋਦਾ ਮਈਆ। ਯਸ਼ੋਦਾ ਮਈਆ ਉਹ, ਕਿਉਂਕਿ ਜੋ ਧਰੂ ਸੀਗਾ ਉਹਦੀ ਮਾਂ ਨੇ ਛੋਟੇ ਬੱਚੇ ਨੂੰ ਬਾਹਰ ਤਪੱਸਿਆ ਕਰਨ ਭੇਜਤਾ, ਦੱਸਤਾ ਉਹਨੂੰ ਕਿ ਆ ਯੁਕਤੀ ਕਰ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਨੂੰ 3 ਵਾਰ 12-12 ਸਾਲ ਵਾਸਤੇ ਮਾਂ ਨੇ ਬਾਹਰ ਭੇਜਿਆ ਤਪੱਸਿਆ ਕਰਨ, ਦਰਖਤਾਂ ਦੇ ਪੱਤੇ ਵੀ ਖਾਦੇ, ਭੁੱਖੇ ਵੀ ਰਹੇ, ਨੰਗੇ ਤੇ ਆਏ, ਜੋ ਕੁਝ ਵੀ ਹੈ ਉਹਨਾਂ ਨੇ ਸਹਿਆ। ਤੇ ਯਸ਼ੋਦਾ ਕਿਉਂ ਅੱਧੀ ਮਾਂ ਹੈ? ਕਿਉਂਕਿ ਜਿਸ ਵੇਲੇ ਭਗਵਾਨ ਕ੍ਰਿਸ਼ਨ ਗੇਂਦ ਖੇਲ ਰਹੇ ਸੀ, ਉਹਨਾਂ ਦੀ ਗੇਂਦ ਕਾਲੀ ਦਹ ਦੇ ਵਿੱਚ ਚਲੀ ਗਈ, ਜਿੱਥੇ ਨਾਗ ਦਾ ਜ਼ਹਿਰ ਜਿਹੜਾ ਹੈ ਉਹ ਕਾਲੀ ਦਹ ਦੇ ਵਿੱਚ ਸਾਰੇ ਫੈਲਿਆ ਹੋਇਆ ਸੀ। ਜਦੋਂ ਦੇਖਿਆ ਭਗਵਾਨ ਕ੍ਰਿਸ਼ਨ ਨੇ ਪਿੱਛੇ ਛਾਲ ਮਾਰੀ, ਘੰਟਾ ਦੇਖਿਆ, 2 ਘੰਟੇ ਦੇਖੇ, ਉਹ ਤਾਂ ਨਾਗ ਨਾਲ ਯੁੱਧ ਕਰਨ ਚਲੇ ਗਏ। ਲੇਕਿਨ ਮਾਤਾ ਜਿਹੜੀ ਹੈ ਥੋੜੀ ਦੇਰ ਬਾਅਦ ਵਾਪਸ ਆ ਗਈ, ਰੂ ਕੇ ਵਾਪਸ ਆ ਗਈ। ਤੇ ਉਹ ਭਗਵਾਨ ਕ੍ਰਿਸ਼ਨ ਨੇ ਕਿਹਾ, ਜਦੋਂ ਪਤਾ ਲੱਗਿਆ ਕਿ ਭਗਵਾਨ ਕ੍ਰਿਸ਼ਨ ਤਾਂ ਨਾਗ ਕਾਲੀ ਨੱਥ ਕੇ ਆਇਆ ਹੈ, ਕਹਿੰਦੇ ਮਾਂ ਤੂੰ ਬਹੁਤ ਮਾੜਾ ਕੰਮ ਕੀਤਾ, ਅਜੇ ਦੁਆਪਰ ਯੁੱਗ ਚੱਲ ਰਿਹਾ,
जे किते तू मेरे मगर छाल मार दी, तेन पता सी मेरा बच्चा मैनू मरन नहीं देगा, मेरा बच्चा पूरा 16 कला संपूर्ण है, फिर तू मैनू विच डिगे नू छड्ड के क्यों आ गई? कहने समा आएगा कलयुग दे विच, नहीं जे तू किते अज मेरे मगर छाल मार दी, मां ते बैठिया पुत्र ने किते जाना नहीं सी। मां ने पहला जाना सी, पुत्र का नंबर फिर ही लगना सी, लेकिन हुण समा आएगा मावां बैठियां तो पुत्र चले जाया करनगे। ये तू रीत कीती है, मैं नहीं कीती। इस करके वो मां अद्धी है, क्योंकि उन्हें अपने बच्चे का विश्वास गवा के घर नूं वापस चली गई सी। ये 2.5 मावां जिहड़ियां संसार दे विच प्रसिद्ध ने। सो इस तरह ध्रुव दी जिहड़ी मां सी सुनीति, उन्हें दस्या, उन्हें क्या ਉਹਦੇ ਚ ਵਾਰ ਚ ਲਿਖਦੇ ਨੇ, ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਡਾਡੂ ਲਿਕਾ ਮਾਂ ਪੁੱਛੇ, ਡਾਡੂ ਲਿਕਾ ਹੁੰਦਾ ਡਰਿਆ ਡਰਿਆ ਜਾ ਰੋਣ ਹੱਕਾ ਹੋ ਕੇ, ਡਾਡੂ ਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਕਿ ਗੋਲੀ ਹੈ? ਉਹ ਕਹਿੰਦੀ ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀ ਥਾ। ਫਿਰ ਉਹ ਕਹਿੰਦਾ किस उद्यम दे राज मिले शत्रु ते सब होवन मीता, केड़ा राज केड़ा उद्यम मैं करा कि शत्रु मेरे मित्र बन जान, किस उद्यम ते राज मिले शत्रु ते सब होवन मीता। वो कहती उस परमेश्वर नूं आराध, फिर तेरे सारे मित्र जिहड़े वो बन जाएंगे, फिर तेरे जिहड़े मित्र बन जाएंगे। फिर वो जाता है तपस्या करन जाता है, जंगल च चला जाता है, सुते पिया नूं छड्ड के चला जाता है। मां नूं पता है मेरा बच्चा जाएगा, क्योंकि उन्हें शिक्षा दी है। अद्धी रात में उठ के चला गया, जांदा बन च कहता है हे प्रभु मैं आ गया, दोवें मावां खोल के हे प्रभु मैं आ गया, मैनू मिल, पुकार रहा। परमात्मा ने उत्थे किवें आउणा सी? रोंदा रोंदा बोलदा जप करदा करदा जंगल च चला गया। नारद मुनि मिले, नारद मुनि ने वेख्या तू तो उतान पाद दा बेटा है, एदा परमात्मा थोड़ा मिलेगा। कहना नहीं मैनू मिल जाएगा। वो कहने नहीं आ मंत्र, उन्हें मंत्र दिता, ओम नमो भगवते वासुदेवाय, जो भी मंत्र देता उन्हें जपना शुरू करता। परमेश्वर आए, वो आके जदों अजे परमेश्वर बगरों आए हैं, पहला सुनेहा आ गया करो, क्योंकि नारद ने जाके दस दिता राजे नूं कि तेरा बेटा जंगलों च तपस्या करन चला गया। वो आया, उन्हें आके राजे ने कहा कि जाओ मेरे बच्चे नूं मोड़ के लियाओ, उन्होंने जाके कहो अद्धा राज तेरा। सुनेहा चला गया, फलाने बंच बैठा है, वो कहते भी तू चल अद्धा राज तेरा, अद्धा तो तेन मिल गया। कहना वाह अजे तो मैं आया ही हाँ, मैनू अद्धा राज भी मिल गया। नहीं मैं जाता नहीं। फिर थोड़े दिनों बाद स्नेह आया कि सारा ही राज तेरा, तू वापस आ जा। कहना पिताजी हुण मैं वो थां मल्लांगा जिहड़ी परमेश्वर ने मैनू देनी है, हुण मैं दुनिया के राज मैनू लोड़ नहीं, ये मैंने चाहिए नहीं। सो एक निक्का जिहा बालक जिहड़ा ध्रुव तारा बन के देखो उन्होंने स्थान दिता महाराज ने आकाश दे विच कि सारे तारे डोल जाणगे, लेकिन ध्रुव तारा अपनी थां ते उवें खड़ा रहेगा, वो डोलदा नहीं, वो हिलदा नहीं, उन्होंने अटल थां जिहड़ी है वो दे दिती। इवें प्रहलाद की कथा है, जे असीं जुग जुग भगतों पाया पैज रखदा आया राम राजे। हर जुग दे विच भगत आए, हर जुग दे विच उन्हां दी लाज रखी, उन्हां दी लाज नूं किते भी अपने बिरद नूं उन्होंने डेगिया नहीं, उहदी लाज नूं गवाया नहीं, उहदा पूरा ध्यान रखिया महाराज ने। प्रहलाद किड्डा सी, ओड्डा प्रहलाद सी, 6 साल का प्रहलाद सी, स्कूल च पढ़न पाता, लेकिन उन्होंने कोई पढ़न दे नाल टेस्ट इंटरस्ट ही नहीं। प्रहलाद पठाए पढ़न साल, संग सखा बहुलिए बाल, संग सखा मोहलिए बाल, मोको कहा पढ़ावस, आल जाल मेरी पटिया लिख दो श्री गोपाल, पटिया लिख दो श्री गोपाल। नहीं छोड़ो रे बाबा राम नाम, नहीं छोड़ो रे बाबा राम नाम, मेरो और पढ़न स्यों नहीं काम, मेरा और पढ़न स्यों नहीं काम। संड मर के कहो जाए, प्रहलाद बुलाए वेगताए, प्रहलाद बुलाए वेगताए। हरनाकृष्ण ने बुला लिया,
ਸੰਡੇ ਮਰਕੇ ਨੂੰ ਭੇਜਤਾ। ਉਹਦੇ ਟੀਚਰ ਸਨ, ਅਧਿਆਪਕ ਸਨ ਸੰਡਾ ਤੇ ਮਰਕਾ ਦੋਨੋਂ। ਉਹਨੂੰ ਬੁਲਾਇਆ ਕੇ ਲਿਆ। प्रहलाद बुलाए वेग ताए, फिर की क्या, तू राम कहन की छोड़ मान, तुझे तुरत छड़ाऊं मेरो कहे अमान, तुझे तुरत छड़ाऊं मेरो कहे अमान। ਤਾਂ ਉਹ ਕਹਿੰਦਾ ਨਹੀਂ, ਉਹ ਕਹਿੰਦਾ ਮੈਂ ਰੱਬ ਦਾ ਨਾਂ ਨਹੀਂ ਛੱਡ ਸਕਦਾ, ਮੈਂ ਪਰਮੇਸ਼ਰ ਦਾ ਨਾਂ ਨਹੀਂ ਛੱਡ ਸਕਦਾ, ਤੁਹਾਨੂੰ ਛੱਡ ਸਕਦਾ ਹਾਂ। ਕਹਿੰਦਾ ਤੂੰ ਮੈਨੂੰ ਅੱਗ 'ਚ ਜਾਲ ਦੇ, ਭਾਵੇਂ ਕਾਲ ਜਾਰ ਭਾਵੇਂ ਮਾਰ ਡਾਰ, ਮੈਨੂੰ ਅੱਗ 'ਚ ਸੁੱਟ ਦੇ ਚਾਹੇ ਮੈਨੂੰ ਮਾਰ ਦੇ, ਮੈਂ ਇਹ ਰੱਬ ਦਾ ਨਾਂ ਨਹੀਂ ਛੱਡਾਂਗਾ, ਨਹੀਂ ਯਾਦ ਰੱਖਾਂਗਾ ਹੀ ਰੱਖਾਂਗਾ, ਇਹ ਤੋਂ ਪਰੇ ਨਹੀਂ ਹੋਵਾਂਗਾ। ਉਹਨੂੰ ਗੁੱਸਾ ਆ ਗਿਆ। ਉਹਨੇ ਉਸੇ ਵੇਲੇ ਖੜਗ ਕੱਢੀ। ਉਹਨੇ ਕਿਹਾ ਵੀ ਮੈਂ ਤੈਨੂੰ ਹੁਣੇ ਵੱਧ ਕਰ ਦਿੰਦਾ ਤੇਰਾ। ਉਹ ਕਹਿੰਦਾ ਕਰ ਦੇ, ਮੈਨੂੰ ਮਾਰ ਦੇ, ਜੋ ਮਰਜ਼ੀ ਕਰ ਦੇ। ਜਿਹਨੇ ਜਲ ਥਲ ਪਹਾੜ ਪਰਬਤ ਬਣਾ ਦਿੱਤੇ ਨੇ, ਉਸ ਪਰਮਾਤਮਾ ਨੂੰ ਮੈਂ ਕਿਵੇਂ ਛੱਡ ਦਿਆਂ, ਉਸ ਪਰਮੇਸ਼ਰ ਨੂੰ ਮੈਂ ਕਿਵੇਂ ਛੱਡ ਦਿਆਂ? ਉਹਨੇ ਤਾਂ ਸਭ ਕੁਝ ਕੀਤਾ ਹੈ। ਲੇਕਿਨ ਨਰਸਿੰਘ ਰੂਪ ਧਾਰ ਕੇ ਉਹਨੇ ਵੇਖਿਆ, ਪਹਿਲਾਂ ਉਹਨੂੰ ਪਹਾੜ ਤੋਂ ਡਿੱਗਿਆ, ਪਾਣੀ 'ਚ ਸੁੱਟਿਆ, ਅੱਗ 'ਚ ਸਾੜਿਆ। ਕਿਹੜੀ ਕਿਹੜੀ ਥਾਂ ਹੈ ਜਿੱਥੇ ਉਹਦਾ ਮਾਰਨ ਵਾਸਤੇ ਯਤਨ ਨਹੀਂ ਕੀਤਾ ਹਰਨਾਕਸ਼ ਨੇ। ਕਿਉਂਕਿ ਹਰਨਾਕਸ਼ ਜਿਹੜਾ ਸੀ ਨਾ, ਇਹ ਹਿਰਨਾਕਸ਼ਪ ਦਾ ਭਰਾ ਸੀ। ਹਿਰਨਾਕਸ਼ਪ ਜਿਹੜਾ ਉਹਨੂੰ ਦੇਵਤਿਆਂ ਨੇ ਮਾਰ ਦਿੱਤਾ ਸੀ। ਇਹਨੇ ਸਮਾਧੀ ਲਾ ਕੇ ਤਪੱਸਿਆ ਕਰਕੇ ਕਿ ਮੈਂ ਉਹਦਾ ਬਦਲਾ ਲਵਾਂਗਾ ਦੇਵਤਿਆਂ ਨਾਲ, ਇਹਨੇ ਆਪਣਾ ਸਰੀਰ ਵੀ ਸੁਕਾ ਲਿਆ ਸੀ। ਤੇ ਬ੍ਰਹਮਾ ਨੇ ਖੁਸ਼ ਹੋ ਕੇ ਇਹਨੂੰ ਵਰਦਾਨ ਦਿੱਤੇ ਸੀ ਕਿ ਤੂੰ ਜੋ ਮੰਗੇਗਾ ਸੋ ਤੈਨੂੰ ਮਿਲੇਗਾ। ਉਹ ਕਹਿੰਦਾ ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ। ਉਹਨੇ ਸਾਰੇ ਵਰਦਾਨ ਲੈਣਾ, ਹਥਿਆਰ ਨਾਲ ਮਰਾਂ, ਕਿਸੇ ਚੀਜ਼ ਨਾਲ ਨਾ ਮੈਂ ਮਰਾਂ। ਉਹ ਹੁਣ ਵਰਦਾਨ ਉਹਨੇ ਪੂਰੇ ਕਰਨੇ ਸੀ ਕਿ ਜੋ ਹੋਏਗਾ ਸੋ ਠੀਕ ਹੈ। ਲੇਕਿਨ ਇੱਕ ਭਗਤ ਨੂੰ ਦੁਖੀ ਕੀਤਾ, ਇੱਕ ਭਗਤ ਨੂੰ ਤੰਗ ਕੀਤਾ। ਉਹਨੇ ਕਿਹਾ ਵੀ ਸਾਰੀਆਂ ਚੀਜ਼ਾਂ ਫੇਲ ਹੋ ਗਈਆਂ, ਹੁਣ ਇੱਕ ਥੰਮ ਜਿਹੜਾ ਤਪਾ ਕੇ ਇੱਥੇ ਗੱਡ ਦਿਓ ਤੇ ਉਹਦੇ ਤੇ ਪ੍ਰਹਲਾਦ ਨੂੰ ਜੱਫੀ ਮਾਰੇਗਾ, ਉਹਨੂੰ ਕਵਾਂਗੇ ਜੱਫੀ ਮਾਰ ਲੈ, ਫਿਰ ਮੈਂ ਮੰਨ ਜੂੰਗਾ ਕਿ ਤੂੰ ਆਪਣੇ ਪਰਮਾਤਮਾ ਨੂੰ ਯਾਦ ਕਰਦਾ। ਜਦੋਂ ਥੰਮ ਲਾਲ ਕਰਕੇ ਖੜਾਤਾ ਉਹਨੇ, ਤੇ ਉਹ ਵੇਖਦਾ, ਉਹਨੂੰ ਫੜ ਕੇ ਲਿਆਂਦਾ ਗਿਆ, ਮੁਸ਼ਕਾਂ 'ਚ ਬੰਨਿਆ ਹੋਇਆ। ਕਹਿੰਦੇ ਜੱਫੀ ਮਾਰ, ਜੇ ਤੇਰਾ ਭਗਵਾਨ ਹੈ ਮੈਂ ਵੇਖ ਲਵਾਂ ਕਿਹੜਾ ਭਗਵਾਨ ਹੈ। ਜੱਫੀ ਮਾਰਨ ਤੋਂ ਪਹਿਲਾਂ ਹੀ ਉਹ ਵੇਖਦਾ, ਛੋਟਾ ਬੱਚਾ 6 ਸਾਲ ਦਾ, 6 ਸਾਲ ਦੇ ਬੱਚੇ ਨੂੰ ਪਤਾ ਹੈ ਕਿ ਕੀੜੀ ਤੱਤੇ ਥੰਬੇ ਤੇ ਨਹੀਂ ਜਾ ਸਕਦੀ। ਜਦੋਂ ਕੀੜੀ ਜਾਂਦੀ ਵੇਖੀ, ਉਹਨੇ ਆਖਿਆ ਵੀ ਕੀੜੀ ਜਾ ਰਹੀ ਹੈ ਤਾਂ ਸੜ ਜਾਣੀ ਸੀ। ਉਹਨੇ ਝੱਟ ਜੱਫੀ ਮਾਰ ਲਈ ਕਿ ਮੈਨੂੰ ਕਿਵੇਂ ਮਾਰ ਸਕਦਾ ਹੈ। ਤੇ ਉਹ ਜਿਸ ਵੇਲੇ ਜੱਫੀ ਮਾਰੀ, ਥੰਬ ਫਟ ਗਿਆ। ਤੇ ਨਰਸਿੰਘ ਰੂਪ, ਨਾ ਬੰਦੇ ਤੋਂ ਮਰਾ ਨਾ ਪਸ਼ੂ ਤੋਂ ਮਰਾ, ਉਹਦਾ ਵਰਦਾਨ ਸੀ। ਉਹ ਨਾ ਬੰਦਾ ਸੀ ਨਾ ਪਸ਼ੂ ਸੀ, ਨਰ ਤੇ ਸਿੰਘ, ਅੱਧਾ ਹਿੱਸਾ ਨਰ ਦਾ ਸੀ, ਅੱਧਾ ਹਿੱਸਾ ਸ਼ੇਰ ਦਾ ਸੀ। ਪ੍ਰਗਟ ਹੋਇਆ, ਪੱਟਾ ਤੇ ਪਾ ਲਿਆ। ਕਹਿੰਦਾ ਧਰਤੀ ਹੈ ਕਿ ਆਕਾਸ਼ ਹੈ? ਕਹਿੰਦਾ ਨਾ ਧਰਤੀ ਹੈ ਨਾ ਆਕਾਸ਼ ਹੈ। ਕਹਿੰਦਾ ਦਿਨ ਹੈ ਕਿ ਰਾਤ? 2 ਸਮੇਂ ਮਿਲਦੇ ਸਨ ਸ਼ਾਮ ਦੇ। ਕਹਿੰਦਾ ਨਾ ਦਿਨ ਹੈ ਨਾ ਰਾਤ ਹੈ। ਨੌਆਂ ਨਾਲ ਪਾੜਿਆ। ਕਹਿੰਦਾ ਸ਼ਸਤਰ ਹੈ ਕਿ ਹਥਿਆਰ ਹੈ ਮੇਰੇ ਕੋਲ? ਕਹਿੰਦਾ ਨਾ ਸ਼ਸਤਰ ਹੈ ਨਾ ਹਥਿਆਰ ਹੈ। ਨੌਆਂ ਦੇ ਨਾਲ ਉਹਦਾ ਪੇਟ ਪਾੜ ਦਿੱਤਾ। ਤੇ ਉਹਨੇ ਖਿਮਾ ਮੰਗੀ। ਫਿਰ ਪ੍ਰਹਲਾਦ ਨੂੰ ਬੁਲਾਇਆ, ਕਹਿੰਦੇ ਤੇਰੀ ਖਾਤਰ ਮੈਨੂੰ ਨਰਸਿੰਘ ਰੂਪ ਧਾਰਨ ਕਰਨਾ ਪਿਆ। ਤੇ ਪ੍ਰਹਲਾਦ ਨੇ ਪਤਾ ਕੀ ਕਿਹਾ? ਕਹਿੰਦੇ ਬਾਦਸ਼ਾਹ ਤੁਸੀਂ ਦਿਆਲੂ ਹੋ, ਤੁਸੀਂ ਮੇਰਾ ਕਸ਼ਟ ਨਿਵਾਰਨ ਕੀਤਾ ਹੈ, ਇਸ ਕਰਕੇ ਤੂੰ ਮੇਰੇ ਪਿਤਾ, ਚਾਹੇ ਇਹਨਾਂ ਨੇ ਕਸੂਰ ਕੀਤਾ ਸੀ, ਇਹਨੂੰ ਮੁਕਤੀ ਦੇ ਦਿਓ, ਇਹਦਾ ਕਿਤੇ ਨਰਕਾਂ 'ਚ ਨਾ ਪਵੇ, ਫਿਰ ਵੀ ਮੇਰਾ ਬਾਪ ਹੈ, ਮੈਨੂੰ ਜਨਮ ਦਿੱਤਾ। ਤਾਂ ਭਗਵਾਨ ਕਹਿਣ ਲੱਗੇ, ਕਿਉਂਕਿ ਜਿਸ ਵੇਲੇ ਉਹਨੂੰ ਮਾਰਿਆ ਸਭ ਕੁਝ ਹਿੱਲ ਗਿਆ ਸੀ, ਧਰਤੀ ਡੋਲ ਗਈ ਸੀ, ਕੁੱਤੇ ਬਿੱਲੀਆਂ ਜਾਨਵਰ ਇੰਨੀ ਬੁਰੀ ਤਰ੍ਹਾਂ ਸਾਰਿਆਂ ਨੇ ਚਿੰਗਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਤੇ ਪਤਾ ਨਹੀਂ ਕੀ ਹੋ ਗਿਆ। ਉਹਨਾਂ ਨੇ ਕਿਹਾ, ਪੁੱਤਰ ਤੂੰ ਕਿਵੇਂ ਸਮਝ ਸਕਦਾ ਹੈ ਕਿ ਮੈਂ ਇਹਨੂੰ ਮੁਕਤੀ ਨਹੀਂ ਦੇਵਾਂਗਾ? ਇਹ ਮੁਕਤੀ ਦਾ ਹੀ ਅਧਿਕਾਰੀ ਹੈ। ਜਿਸ ਪਰਿਵਾਰ ਦੇ ਵਿੱਚ ਇੱਕ ਬੰਦਾ, ਇੱਕ ਸਾਧੂ ਜੰਮ ਪੈਂਦਾ, ਇੱਕ ਸੰਤ ਜੰਮ ਪੈਂਦਾ, ਉਹਦੀਆਂ 21 ਕੁਲਾਂ ਤਰ ਜਾਂਦੀਆਂ, ਉਹਨੂੰ ਕੋਈ ਰੋਕ ਨਹੀਂ ਸਕਦਾ। 21 ਕੁਲਾਂ। ਕਹਿੰਦੇ ਬਾਪ ਤਾਂ ਤੇਰੇ ਆਪਣੇ ਹੀ ਆ, ਉਹ ਤਾਂ ਤਰ ਗਿਆ, ਤੈਨੂੰ ਜਨਮ ਦਿੱਤਾ ਉਹਨੇ। ਸੋ ਇਹਦੇ ਜਨਮ ਦੀ ਕਹਾਣੀ ਵੀ ਬੜੀ ਇੰਟਰਸਟਿੰਗ ਹੈ। ਬੰਨ ਦੇ ਵਿੱਚ ਇਹਦਾ ਜਨਮ ਹੋਇਆ ਸੀ, ਸਾਧਾਂ ਦੇ ਨਾਲ ਮਾਂ ਜਿਹੜੀ ਉਹ ਪੂਜਾ ਕਰਦੀ ਸੀ। ਬਹੁਤ ਲੰਮੀ ਕਥਾ ਹੈ, ਫਿਰ ਕਿਸੇ ਵੇਲੇ ਸੁਣਾਵਾਂਗੇ। ਸੋ ਮਤਲਬ ਹੈ ਕਿ ਇਸ ਤਰ੍ਹਾਂ ਭਗਤ ਪ੍ਰਹਲਾਦ ਜਿਹੜਾ ਹੈ, ਉਹਨੇ ਆਪਣੇ ਬਾਪ ਲਈ ਵੀ ਖਿਮਾ ਮੰਗੀ ਤੇ ਆਪਣਾ ਵੀ ਉਹਦਾ ਜਿਹੜਾ ਭਾਰ ਉਤਾਰਾ ਹੋਇਆ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਿਸੇ ਵੀ ਯੁੱਗ 'ਚ ਲੈ ਲਓ, ਦ੍ਰੋਪਦੀ ਤਾਂ ਦੁਆਪਰ ਯੁੱਗ 'ਚ ਹੋਈ ਹੈ, ਉਹਦੀ ਪੈਜ ਨਹੀਂ ਰੱਖੀ, ਉਹਦੇ ਬਸਤਰਾਂ ਦੇ ਢੇਰ ਨਹੀਂ ਲਾਏ। ਬਿਦਰ ਹੈ ਇੱਕ ਗਰੀਬ ਦਾ ਦਾਸੀ ਪੁੱਤਰ ਸੀ, ਗਰੀਬ, ਬਹੁਤ ਗਰੀਬ ਸੀ, ਉਹਦਾ ਲਾਜ ਨਹੀਂ ਰੱਖੀ, ਉਹਦੀ ਵੀ ਲਾਜ ਰੱਖੀ।
ਉਹਦਾ ਕੋਈ ਪਰਵਾਹ ਹੀ ਨਹੀਂ ਕੀਤੀ ਉਹਨਾਂ ਨੇ ਵੀ ਦੁਰਯੋਧਨ ਕੀ ਕਹੇਗਾ, ਦੁਰਯੋਧਨ ਮੈਨੂੰ ਕੀ ਕਹੇਗਾ, ਮੈਂ ਤਾਂ ਬਿਦਰ ਦੇ ਘਰ ਸਾਗ ਖਾ ਕੇ ਆਇਆ, ਅਲੂਣਾ ਸਾਗ ਸੀ। ਲੇਕਿਨ ਉਹਨਾਂ ਨੇ ਰਾਜਨ ਕੌਣ ਤੁਮਹਾਰੇ ਆਵੇ, ਦੁਰਯੋਧਨ ਨੇ ਗੁੱਸਾ ਕੀਤਾ ਕਿ ਸਾਡੇ ਘਰੇ ਕਿਉਂ ਨਹੀਂ ਆਇਆ, ਉਹ ਗੋਲੇ ਦੇ ਘਰ ਚਲਾ ਗਿਆ ਤੂੰ। ਜਦੋਂ ਉਹਨੇ ਉਲਾਂਭਾ ਦਿੱਤਾ, ਭਗਵਾਨ ਕ੍ਰਿਸ਼ਨ ਜਵਾਬ ਦਿੰਦੇ ਨੇ, ਗੁਰਬਾਣੀ 'ਚ ਲਿਖਿਆ ਰਾਜਨ ਕੌਣ ਤੁਮਹਾਰੇ ਆਵੇ, ਐਸਾ ਪਾਓ ਬਿਦਰ ਕੋ ਦੇਖੋ, ਉਹ ਗਰੀਬ ਮੋਹਿ ਪਾਵੇ, ਰਾਜਨ ਕੌਣ ਤੁਮਹਾਰੇ ਆਵੇ, ਰਾਜਨ ਕੌਣ ਤੁਮਹਾਰੇ ਆਵੇ। ਉਹ ਕਹਿੰਦੇ ਮੈਂ ਪ੍ਰੇਮ ਦਾ ਭੁੱਖਾ, ਜਿੱਥੇ ਮੈਨੂੰ ਪ੍ਰੇਮ ਮਿਲ ਗਿਆ, ਉਹਨੇ ਹੁਣ ਬੜੇ ਬੜੇ ਪਦਾਰਥ ਮੰਗਾਏ ਹੋਏ ਸੀ, ਪਰ ਇੱਕ ਮਨ 'ਚ ਉਹਦੇ ਖਿਆਲ ਆਇਆ ਕਿ ਉਹ ਗਵਾਲਾ ਮੇਰੇ ਘਰੇ ਆਏਗਾ, ਮੈਂ ਰਾਜਾ, ਮੈਂ ਐਡਾ ਵੱਡਾ ਰਾਜਾ, ਇੱਕ ਗਵਾਲਾ ਆਏਗਾ, ਮੈਨੂੰ ਖੜੇ ਹੋਣਾ ਪਏਗਾ, ਸਤਿਕਾਰ ਕਰਨਾ ਪਏਗਾ। ਮੈਂ ਪਹਿਲਾਂ ਹੀ ਘੋੜੇ ਵਾਲੇ ਪਾਸੇ ਚਲਾ ਜਾਣਾ, ਮੈਂ ਪਹਿਲਾਂ ਹੀ ਉੱਥੇ ਜਾਣਾ, ਉੱਥੇ ਆਏਗਾ, ਮੈਂ ਪਹਿਲਾਂ ਹੀ ਖੜਾ ਹੋਊਂਗਾ, ਮੇਰਾ ਉਹਦੇ ਨਾਲ ਕੋਈ ਗੁੱਸਾ ਹੀ ਨਹੀਂ ਹੋਣਾ। ਤਾਂ ਉਹਨਾਂ ਨੇ ਕਿਹਾ, ਕ੍ਰਿਸ਼ਨ ਭਗਵਾਨ ਨੇ, ਹਸਤੀ ਦੇਖ ਪਰਮ ਤੇ ਭੂਲਾ, ਸ੍ਰੀ ਭਗਵਾਨ ਨ ਜਾਣਿਆ। ਤੂੰ ਹਾਥੀਆਂ ਨੂੰ ਦੇਖ ਕੇ ਹੰਕਾਰ ਚ ਆ ਗਿਆ, ਹਸਤੀ ਦੇਖ परम ते पूला श्री भगवान न जान्या तुमरो दूध बिदर को पानो अमृत कर मैं मान्या राजन कौन तुम्हारे आए खीर समान अलूने साग नूं तुलना दिती है खीर दे नाल खीर समान साग में पाया गुण गावत रैन बेहानी कबीर को ठाकुर अनद बिनोदी जात न काहू की मानी जात न काहू की मानी राजन कौन तुम्हारे हावे राजन कौन तुम्हारे हावे। साडा इतिहास पढ़ लो साडा सभ्याचार पढ़ लो जिथों मर्जी किसी राजे का सत्कार नहीं होया किसी नूं किसी राजे नाल तुलना नहीं दिती। साडे सभ्याचार च जोगियां का जिक्र है साधुआं का जिक्र है लेकिन राजे का नहीं। राजा तो ऐ लगता सी जिसे किसी नूं राजन कहता उन्होंने गल कढ़ती। युधिष्ठिर नूं भी राजन कह के बुलाते सन वो कहते मैनूं भगत जी क्यों नहीं कहते कहते कोई ना कदे भगतां वाला काम करेगा तो तैनूं बुलावांगे। सो उन्हें एक बहुत ही यतीम लड़की सी जिहदे बाल बच्चा होना से उसकी मदद करी जैसी तैसी भी हुई तो वापस घर नूं गए तो कृष्ण भगवान तख्त तो खड़े हो गए। आओ भगत जी बावां कढ़ लिया कहते अज मैनूं भगत जी किवें कहता कहते अज तू भगतां वाला काम करके आया क्योंकि बच्ची बेचारी जंगल दे विच सी कोई ओदी साम संभाल करने वाला नहीं सी जमीन ते दर्द नाल मेल रही सी वो उतर गया घोड़े तो कहना बीबी तेरी मैं की मदद कर सकदा वो कहनी मैं कुछ तू जा वीरे तू कोई मदद नहीं कर सकदा तू मेरी मदद नहीं कर सकदा कहना मैनूं पता तेन कोई तकलीफ है मैनूं दस की मैं उन्हें अपना कमर कसा खोलिया अखां बन लिया कहने मैं तेरी मदद करूंगा। उन्हें जो अखां बन के उन्हें क्या चंगा फिर तू मेरा पेट मली जा मेरे बाल गोपाल होने वाला मैं लकड़ा चुगनाई सी मेरा कोई है नहीं तो मैंने ये सी भी मैं अग उग बालन का इंतजाम पहले ही कर ला। उन्होंने पेट पुट मलिया युधिष्ठिर ने तो उस वे जो बाल गोपाल होया वो वेली हो गई वो कहती वीर मेरा हूँ तो अखा खोल ला तो जा वो कोल जो सोना सूना से उन्होंने दे के घर चला गया। तो भगवान कृष्ण ने जफ्फी पा के मिले कि अज तू भगतां वाला काम करके आया है। ये है सेवा। सेवा कैसी भी होए सेवा निभा दिओ वो भगत बन जाता है। भगत का नाम बहुत वड्डा हुंदा सी जिहड़ा अज जिहड़ा रुल गया मैं कहांगी अज रुलिया होया जिवें मिट्टी च कोई चीज़ सोना रुल गया ना आएगा बाहर ये नहीं है
बाहर तो आएगा, भगत भगत ही रहेगा, पर कुछ समय ਲਈ वो जरूर मिट्टी 'ਚ मिल गया, जरूर लुकिया होया, समा आउण ते वो बाहर आएगा जी। हर नाकश दुस्त हर मारे पहलाद तराया। जुग जुग भगत पाया, हरनाकश दुष्ट मारिया, प्रहलाद तराया। दस ही दिता ਤੁਹਾਨੂੰ मैं कि किस तरह हरनाकश ਨੂੰ मारिया ਤੇ प्रहलाद ਦਾ ਭਾਰ ਉਤਾਰਾ ਕੀਤਾ। ਉਹਨੂੰ ਜੇਕਰ ਰੱਬ ਰਿਜਦਾ ਚਿੱਟੀਆਂ ਦਾੜੀਆਂ ਤੇ ਤਰੂ प्रहलाद ਦੀ ਲਾਜ ਰਖਾਉਂਦਾ ਨਾ, ਜੇ ਕਿਤੇ ਚਿੱਟੀਆਂ ਦਾੜੀਆਂ ਕਿਤੇ ਉਹਨੂੰ ਪਸੰਦ ਹੁੰਦੀਆਂ ਤਾਂ ਤਰੂ प्रहलाद ਕੋਲ ਕਿਉਂ ਆਉਣਾ ਸੀ। ਜੇਕਰ ਰੱਬ ਰਿਜਦਾ ਚਿੱਟੀਆਂ ਦਾੜੀਆਂ ਤੇ ਤਰੂ प्रहलाद ਦੀ ਲਾਜ ਰਖਾਉਂਦਾ ਨਾ, ਜੇਕਰ ਰੱਬ ਰਿਜਦਾ ਵਿਧੀ ਸਹਿਤ ਪੂਜਾ ਧੰਨੇ ਨੂੰ ਪੱਥਰੋ ਧੰਨੇ ਨੂੰ ਦਰਸ਼ ਦਿਖਾਉਂਦਾ ਨਾ, ਜੇਕਰ ਰੱਬ ਨੂੰ ਭਾਉਂਦੇ ਪੰਡਿਤ ਮੁੱਲਾ ਥਾਂ ਸੈਨ ਦੀ ਨਾਈ ਬਣਾਉਂਦਾ ਨਾ, ਨਾਈ ਦਾ ਰੂਪ ਧਾਰ ਕੇ ਵੀ ਆਇਆ, ਕਿਉਂਕਿ ਸੈਨ ਨਾਈ ਜੋ ਹੈ ਨਾ ਉਹ ਨਾਈ ਸੀ। ਰਾਜੇ ਦੀ ਰੋਜ਼ ਉਹ ਜਾ ਕੇ ਉਹਦੇ ਕੋਈ ਫੋੜਾ ਹੋਇਆ ਸੀ, ਮੱਲਮ ਪੱਟੀ ਕਰਕੇ ਆਉਂਦਾ ਸੀ, ਉਹਦੇ ਵਾਲ ਵੂਲ ਸਵਾਰ ਕੇ ਆਉਂਦਾ ਸੀ। ਇੱਕ ਦਿਨ ਰਾਤ ਨੂੰ ਉਹਦੇ ਘਰ ਕੀਰਤਨ ਵਾਸਤੇ ਸੰਗਤਾਂ ਆ ਗਈਆਂ, ਸਾਧੂ ਆ ਗਏ। ਉਹ ਫਟਾਫਟ ਉਹਨਾਂ ਦੀ ਸੇਵਾ 'ਚ ਐਸਾ ਮਸਤ ਹੋਇਆ, ਸਾਰੀ ਰਾਤ ਸੇਵਾ 'ਚ ਲੱਗਿਆ ਰਿਹਾ। ਉਹਨੂੰ ਯਾਦ ਹੀ ਨਹੀਂ ਰਿਹਾ ਕਿ ਰਾਜੇ ਕੋਲ ਵੀ ਜਾਣਾ ਸੀ, ਭੁੱਲ ਗਿਆ। ਹੁਣ ਉਹ ਆਪਣੀ ਜਦੋਂ ਦਿਨ ਚੜਿਆ ਉਹਨੂੰ ਖਿਆਲ ਆਇਆ, ਉਹ ਵਿਚਾਰਾ ਕਹੇ ਵੀ ਅੱਜ ਤਾਂ ਮੇਰੀ ਬੰਦ ਖਲਾਸੀ ਜਿਹੜੀ ਛੁੱਟਣੀ ਹੋਈ ਨਹੀਂ, ਮੈਂ ਤਾਂ ਫਸ ਗਿਆ। ਤੇ ਉਹ ਬੜਾ ਡਰਿਆ ਸੀ। ਜਦੋਂ ਉਹ ਗਿਆ ਡਰਦਾ ਡਰਦਾ ਵੀ ਅੱਜ ਤਾਂ ਮਾਰ ਪੈਣੀ ਹੈ, ਖਾਇਆ ਕੋਈ ਗੱਲ ਨਹੀਂ, ਰਾਜਾ ਹੈ। ਜਦੋਂ ਗਿਆ ਉਹ ਕਹਿਣ ਲੱਗੇ ਰਾਜਾ ਜੀ, ਕਹਿੰਦੇ ਸੈਨ ਜੀ ਤੁਸੀਂ ਤਾਂ ਕਮਾਲ ਹੀ ਕਰਤੀ, ਰਾਤ ਇੰਨੀ ਮੇਰੀ ਮਾਲਿਸ਼ ਵਧੀਆ ਕੀਤੀ, ਇੰਨੀ ਮੇਰੀ ਪੱਟੀ ਵਧੀਆ ਕੀਤੀ, ਮੇਰਾ ਤਾਂ ਜ਼ਖਮ ਹੀ ਸਾਰਾ ਠੀਕ ਹੋ ਗਿਆ, ਰਾਤ ਤਾਂ ਹੱਦ ਹੀ ਕਰਤੀ ਤੁਸੀਂ। ਉਹ ਸੈਨ ਵੇਖੇ ਵੀ ਮੈਂ ਤਾਂ ਆਇਆ ਹੀ ਨਹੀਂ, ਮੈਂ ਤਾਂ ਬਿਲਕੁਲ ਹੀ ਗੈਰ ਹਾਜ਼ਰ ਸੀ। ਬਸ ਫਿਰ ਉਹਨੂੰ ਇਹ ਹੋ ਗਿਆ ਸੱਚੇ ਪਾਤਸ਼ਾਹ ਮੇਰੀ ਥਾਂ ਤੇ ਮੇਰਾ ਰੂਪ ਧਾਰ ਕੇ ਵੀ ਤੁਸੀਂ ਆ ਗਏ, ਫਿਰ ਉਹ ਹੁਣ ਵਿਅਕਤੀ ਕਿੱਥੇ ਜਾਊਗਾ ਮਹਾਰਾਜ ਨੂੰ ਛੱਡ ਕੇ। ਸੋ ਇਸ ਤਰ੍ਹਾਂ ਉਹਦੀ ਲਾਜ ਰੱਖੀ ਕਿ ਜਿਵੇਂ ਵੀ ਹੋਵੇ ਆਪਦੇ ਭਗਤ ਦੀ ਲਾਜ ਰੱਖਦਾ ਹੈ ਜੀ। ਹੰਕਾਰਿਆ ਨਿੰਦਕਾ ਪਿੱਠ ਦਾਏ ਨਾਮ ਦਾਏ ਮੁਖ ਲਾਇਆ। ਕਹਿੰਦੇ ਜਿਹੜੇ ਹੰਕਾਰੀ ਨੇ ਨਿੰਦਕ ਨੇ ਉਹਨਾਂ ਨੂੰ ਪਿੱਠ ਦਿੰਦਾ, ਉਹ ਜਿੰਨਾ ਮਰਜ਼ੀ ਪਕੜਨ ਦੀ ਕੋਸ਼ਿਸ਼ ਕਰਨ ਮਾਲਕ ਉਹਨਾਂ ਦੇ ਹੱਥ 'ਚ ਨਹੀਂ ਆਉਂਦਾ, ਕੋਲੋਂ ਲੰਘ ਜਾਂਦਾ ਉਹ ਵੀ ਨਹੀਂ ਤੂੰ ਅਜੇ ਤੂੰ ਕਰ ਲੈ ਠੀਕ। ਜਿੰਨਾ ਚਿਰ ਅਸੀਂ ਸਤਿਗੁਰ ਦਾ ਵਚਨ ਨਹੀਂ ਮੰਨਦੇ, ਉਹਨੇ ਤੁਹਾਨੂੰ ਕਹਿਤਾ ਬੱਚੇ ਆ ਗੁੜ ਦੀ ਰੋੜੀ ਪਈ ਹੈ, ਤੂੰ ਗੁੜ ਨਹੀਂ ਖਾਣਾ, ਇਹ ਜ਼ਹਿਰ ਹੈ। ਹੁਣ ਜੇ ਤੁਸੀਂ ਇਹ ਕਹੋ ਕਿ ਲੈ ਬਾਬਾ ਜੀ ਦਾ ਤਾਂ ਦਿਮਾਗ ਠੀਕ ਨਹੀਂ, 70-72 ਗਏ, ਇਹ ਜ਼ਹਿਰ ਕਿਵੇਂ ਹੋ ਗਈ, ਤਾਂ ਗੋੜਾ ਮਿੱਠਾ ਹੈ, ਮਰ ਗਏ ਤੁਸੀਂ, ਆਪਾਂ ਸਭ ਗਏ, ਕਿਉਂਕਿ ਅਸੀਂ ਕਿੰਤੂ ਪ੍ਰੰਤੂ ਕਰ ਲਿਆ। ਉਹਨਾਂ ਨੇ ਕਹਿਤਾ ਜ਼ਹਿਰ ਪਈ ਹੈ, ਜ਼ਹਿਰ ਦੀ ਡਲੀ ਹੈ, ਪੁੱਤਰ ਖਾ ਲਾ, ਕੁਛ ਨਹੀਂ ਹੁੰਦਾ, ਚੁੱਪ ਕਰਕੇ ਲੰਘਾ ਲਓ, ਉਹ ਜ਼ਹਿਰ ਹੀ ਨਹੀਂ, ਉਹ ਤਾਂ ਅੰਮ੍ਰਿਤ ਬਣ ਜਾਏਗਾ। ਤੁਸੀਂ ਵਚਨ ਮੰਨਿਆ ਹੈ, ਆਪਣੇ ਸਤਿਗੁਰ ਦਾ ਵਚਨ ਮੰਨਿਆ, ਜ਼ਹਿਰ ਕੀ ਹੈ ਅੰਮ੍ਰਿਤ ਕੀ ਹੈ ਇਹ ਸਾਨੂੰ ਨਹੀਂ ਪਤਾ, ਇਹ ਸਤਿਗੁਰ ਦੇ ਵਚਨਾਂ 'ਚ ਹੀ ਸਮਾਇਆ ਹੋਇਆ ਕਿ ਜ਼ਹਿਰ ਕੀ ਹੈ ਅੰਮ੍ਰਿਤ ਕੀ ਹੈ। ਸੋ ਉਹਨੂੰ ਪਤਾ ਹੈ ਜ਼ਹਿਰ ਤੇ ਅੰਮ੍ਰਿਤ ਦਾ, ਜਿਹੜਾ ਵਚਨ ਮੰਨ ਜਾਏਗਾ ਉਹ ਬੇੜਾ ਪਾਰ ਹੋ ਜਾਏਗਾ, ਜਿਹਨੂੰ ਵਚਨ ਹੀ ਮੰਨਣਾ ਨਹੀਂ ਆਇਆ ਉਹਦਾ ਬੇੜਾ ਪਾਰ ਨਹੀਂ ਹੁੰਦਾ। ਇਸ਼ਨਾਨ ਕਰਨ ਦੇ ਨਾਲ ਸ਼ੁੱਧ ਨਹੀਂ ਹੋ ਸਕਦੇ, ਵਰਤ ਰੱਖਣ ਦੇ ਨਾਲ ਸ਼ੁੱਧ ਨਹੀਂ ਹੋ ਸਕਦੇ ਅਸੀਂ, ਸਾਡਾ ਮਨ ਜਿਹੜਾ ਕਾਬੂ ਨਹੀਂ ਆ ਸਕਦਾ। ਸ਼ੁਰੂ ਇੱਥੋਂ ਕੀਤਾ ਮਹਾਰਾਜ ਨੇ ਬਾਣੀ ਦੀ ਸ਼ੁਰੂਆਤ ਹੀ ਇੱਥੋਂ ਕੀਤੀ। ਮੂਲ ਮੰਤਰ ਤੋਂ ਬਾਅਦ ਉਹਨਾਂ ਨੇ ਲਿਖ ਦਿੱਤਾ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ। ਸੋਚਣਾ ਸੋਚ ਹੁੰਦਾ ਇਸ਼ਨਾਨ ਕਰਨਾ, ਤੂੰ ਜਿੰਨਾ ਮਰਜ਼ੀ ਇਸ਼ਨਾਨ ਕਰ ਲੈ ਤੂੰ ਸ਼ੁੱਧ ਨਹੀਂ ਹੋ ਸਕਦਾ। ਸੋਚੈ ਸੋਚ ਨਾ ਹੋਵੇ, ਇਸ਼ਨਾਨ ਕਰਨ ਨਾਲ ਸੋਚ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ। ਜੇ ਸੋਚੀ ਲੱਖ ਵਾਰੀ ਨਹਾ ਲਾ, ਅੰਦਰ ਤਾਂ ਤੇਰੇ ਮੈਲ ਹੋਵੇ ਭਰੀ ਹੈ, ਉਹ ਤਾਂ ਬਾਹਰ ਗਈ ਨਹੀਂ। ਚੁੱਪ ਨਾ ਹੋਵੇ ਜੇ ਲਾਇ ਨਾਲ ਲਿਵਤਾਰ, ਤੂੰ ਚੁੱਪ ਕਰਕੇ ਬੈਠ ਜਾ ਕਿ ਮੈਂ ਤਾਂ ਸਮਾਧੀ ਲਾਈ ਹੈ, ਮਨ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ, ਚੁੱਪ ਕਿੱਥੋਂ ਹੋ ਗਿਆ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਤੈਨੂੰ ਸਭ ਸ਼ਹਿਰ ਦਾ ਰਾਜਾ ਬਣਾ ਦਿੰਨੇ ਆ, ਤੂੰ ਉਦੋਂ ਬਾਅਦ ਕਹਿੰਦਾ ਇੱਕ ਹੋਰ ਪੁਰੀ ਮੈਨੂੰ ਦੇ ਦੇ, ਉਹਦਾ ਵੀ ਬਣਾਤਾ। ਫਿਰ ਤੂੰ ਕਹਿੰਦਾ ਅਯੁੱਧਿਆਪੁਰੀ ਤੱਕ ਮੇਰਾ ਰਾਜ ਹੋ ਜਾਏ, ਉਹ ਵੀ ਬਣਾਤਾ, ਪੂਰੀ ਸ਼ਹਿਰ। ਸੋ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਕਿੱਥੋਂ ਦਾ ਤੈਨੂੰ ਰਾਜਾ ਬਣਾ ਦਈਏ, ਤੇਰੀ ਭੁੱਖ ਉਤਰਨੀ ਨਹੀਂ, ਤ੍ਰਿਸ਼ਨਾ ਬਣੀ ਰਹੇਗੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿੰਨੇ ਸਿਆਣੇ ਬਣ ਜਾਓ ਕਿ ਇਸ ਪਾਸੇ ਤੁਹਾਨੂੰ ਗਲਤ ਰਾਹ ਹੈ, ਕਿਤੇ ਮਰ ਨਾ ਜਾਈਏ ਆਪਾਂ, ਇੱਧਰ ਦੀ ਨਹੀਂ ਜਾਣਾ।
ਦੂਜੇ ਪਾਸੇ ਜਾਓਗੇ, ਉਹ ਬੰਦਾ ਜਿਹੜਾ ਤੁਹਾਡਾ ਸ਼ਿਕਾਰ ਕਰਨ ਨੂੰ ਤਿਆਰ ਖੜਾ ਉਧਰ ਆ ਜਾਊਗਾ, ਫਿਰ ਕੀ ਕਰੋਗੇ? ਤੁਹਾਡੀ ਸਿਆਣਪ ਨਹੀਂ ਚੱਲਣੀ। ਸਤਿਗੁਰ ਦਾ ਨਾਂ ਲਓ, ਉੱਥੋਂ ਹੀ ਖਿਸਕ ਜਾਣਾ ਉਹਨੇ। ਜਿਹੜੇ ਰਾਹ ਤੁਸੀਂ ਜਾਣਦੇ ਹੋ ਨਾ, ਉੱਥੋਂ ਹੀ ਰਾਹ ਦੇ ਦੇਣਾ ਕਿ ਆ ਜਾਓ, ਲੰਘ ਜਾਓ। ਉਹਨੇ ਰਸਤਾ ਦੇ ਦੇਣਾ। ਮਾਲਕ ਨੂੰ ਯਾਦ ਕਰਨਾ, ਸਿਆਣਪ ਨਹੀਂ ਚਲਾਉਣੀ। ਸਹਿਜ ਸਿਆਣਪਾ ਲੱਖ ਹੋਏ, ਇੱਕ ਨਾ ਚੱਲੇ ਨਾਲ। ਫਿਰ ਸਵਾਲ ਕੀਤਾ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ। ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਹੁਕਮ ਤੇ ਹੀ ਹੈ ਕਿ ਉਹਦਾ ਹੁਕਮ ਜਿਹੜਾ ਹੈ ਉਹ ਸਭ ਕੁਛ ਹੈ। ਹੁਕਮ ਨੂੰ ਮੰਨਣਾ ਸਿੱਖੀਏ, ਬੇੜਾ ਪਾਰ ਹੋ ਜਾਏਗਾ। ਉਹ ਅਸੀਂ ਦੇਖੋ, ਅੱਜ ਵਿਆਹ ਦਾ ਦਿਨ ਹੈ, ਇਹ ਬਾਲ ਗੋਪਾਲ ਦਾ ਵਿਆਹ ਹੈ। ਸਾਡੀ ਤਾਂ ਸਿਆਣਪ ਚੱਲੀ ਨਹੀਂ। ਦਿਨ ਕਢਾ, ਉਹ ਕਰ, ਤਿਆਰੀਆਂ ਕਰ, ਪੈਲਸ ਬੁੱਕ ਕਰਾ, ਸਭ ਕੁਝ ਕੀਤਾ। ਉਹ ਕਹਿੰਦੇ ਨਹੀਂ, ਤੈਨੂੰ ਪਤਾ ਹੀ ਨਹੀਂ, ਵਿਆਹ ਦਾ ਸਮਾਂ ਆ ਗਿਆ, ਹੁਣ ਭੱਜੇ ਵੀ ਜਿਵੇਂ ਮਰਜ਼ੀ ਹੈ, ਜਿਵੇਂ ਉਹਦੀ ਮੌਜ ਆਵੇਂ ਉਹਨੇ ਕਰ ਦੇਣਾ। ਇਹਨੂੰ ਕਹਿੰਦੇ ਆ ਸਹਿਸ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲੇ ਨਾਲ। ਜਿਹੜਾ ਹੁਕਮ ਮੰਨ ਲਿਆ, ਜਿਹਨੇ ਮੰਨ ਲਿਆ ਹੁਕਮ, ਉਹਦਾ ਬੇੜਾ ਪਾਰ ਹੋ ਗਿਆ, ਉਹਦਾ ਬੇੜਾ ਪਾਰ ਹੋ ਗਿਆ। ਫਿਰ 2 ਦਿਨ ਮਿਲ ਗਏ, ਹਾਲਾਤ ਜੋ ਵੀ ਬਣਦੇ ਜਾਣ, ਜਿਹੜਾ ਉਸ ਹਾਲਾਤ ਦੇ ਮੁਤਾਬਕ ਸਤਿਗੁਰ ਨੂੰ ਮੰਨ ਲੈਂਦਾ ਹੈ, ਉਹਦੇ ਆਪਣੇ ਆਪ ਕਾਰਜ ਰਾਸ ਆਉਂਦੇ ਆ। ਸੋ ਮੈਂ ਸਭ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦਿੰਦੀ ਹਾਂ ਕਿ ਸਭ ਨੇ ਹੁਕਮ ਮੰਨਣਾ ਸਿੱਖਿਆ। ਪਹਿਲੀ ਗੱਲ ਸਭ ਤੋਂ, ਵਿਆਹ ਤਾਂ ਹੁੰਦੇ ਹੀ ਰਹਿੰਦੇ ਆ, ਹੋ ਹੀ ਜਾਣਾ, ਜਿਵੇਂ ਮਰਜ਼ੀ ਕਰ ਲਓ, ਲੇਕਿਨ ਹੁਕਮ ਦੇ ਵਿੱਚ ਜਿਹੜਾ ਹੋਇਆ ਉਹ ਬਹੁਤ ਵਧੀਆ ਗੱਲ ਹੈ, ਉਹਦਾ ਜਵਾਬ ਕੋਈ ਨਹੀਂ ਜੀ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਾਏ ਛਡਾਇਆ। ਜਿਹੜਾ ਇਹੋ ਜਿਹੇ ਸਤਿਗੁਰ ਨੂੰ ਸੇਵੂਗਾ, ਇਹੋ ਜਿਹੇ ਸਤਿਗੁਰ ਦਾ ਸਾਥ ਕਰੂਗਾ, ਚਰਨਾਂ 'ਚ ਡਿੱਗੂਗਾ, ਅੰਤ ਛਡਾ ਲੈਣਾ ਉਹਨੇ। ਉਹ ਕਦੇ ਨਰਕ 'ਚ ਨਹੀਂ ਪੈਂਦਾ, ਉਹ ਕਦੇ ਯਮ ਦੀ ਫਾਹੀ 'ਚ ਨਹੀਂ ਪੈਂਦਾ, ਉਹਨੂੰ ਕਦੇ ਯਮ ਲੈਣ ਨਹੀਂ ਆਉਂਦਾ। ਜਾਣਾ ਉਹੀ ਰਾਹ ਹੈ। ਦੇਖੋ, ਇੱਕ ਰਸਤਾ ਬਣਿਆ, ਪਹਿਲਾਂ ਯਮ ਦਾ ਰਾਹ ਆਉਣਾ, ਸਮਝ ਗਏ? ਅਸੀਂ 5 ਨਾਮ ਦਾ ਸਿਮਰਨ ਕਰਦੇ ਹਾਂ, 4 ਥਾਂ ਜਿਹੜੇ ਨੇ ਉਹ ਕਾਲ ਦੇ ਨੇ। ਅਸੀਂ ਪਹਿਲੇ ਨੇ ਛੱਡਤਾ, ਦੂਜੇ ਉਹਨੇ ਨੇ ਸਭ ਆਪਣੇ ਹਥਿਆਰ ਨੀਵੇਂ ਕਰ ਲੈਣੇ ਆ ਕਿ ਬਈ ਗੁਰੂ ਦਾ ਭਗਤ ਆ ਰਿਹਾ, ਲੰਘ ਜਾਣ ਦਿਓ। ਲੰਘ ਗਏ ਅਸੀਂ, ਸਾਨੂੰ ਸਿੱਧਾ ਸੱਚਖੰਡ 'ਚ ਲੈ ਜਾਣਾ, ਕਿਉਂਕਿ ਸਾਨੂੰ ਕੋਈ ਲਾ ਹੀ ਨਹੀਂ ਸਕਦਾ ਬੰਧਨ ਸਾਡੇ ਤੇ। ਸਾਡਾ ਸਤਿਗੁਰ ਰੋਜ਼ ਉੱਥੋਂ ਲੰਘਦਾ, ਉਹਨੂੰ ਪਤਾ ਹੈ ਕਿ ਇਹ ਉਹਦਾ ਸ਼ਿਸ਼ ਹੈ। ਜਦ ਸਾਡੇ ਧਿਆਨ 'ਚ ਸਤਿਗੁਰ ਦਾ ਸਰੂਪ ਹੈ, ਸਾਡੇ ਧਿਆਨ 'ਚ ਗੁਰੂ ਮਹਾਰਾਜ ਦਾ ਨਾਮ ਹੈ, ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਉਹਦਾ ਹੀ ਸਿੱਖ ਹੈ। ਬਈ ਸਾਰੇ ਪਰੇ ਹੋ ਗਏ, ਉਹਨਾਂ ਨੇ ਰਾਹ ਦੇ ਦਿੱਤਾ, ਉਹ ਸਿੱਧਾ ਸੱਚਖੰਡ ਮਾਰਗ ਨੂੰ ਜਾਏਗਾ। ਸੱਚਖੰਡ ਮਾਰਗ ਹੈ ਉਹਦੇ ਵਾਸਤੇ, ਰਾਹ ਇੱਕੋ ਹੀ ਹੈ, 2 ਨਹੀਂ। ਕੋਈ ਇਹ ਨਹੀਂ ਕਿ ਪਾਪੀਆਂ ਵਾਸਤੇ ਹੋਰ ਰਾਹ ਹੈ ਤੇ ਭਗਤਾਂ ਵਾਸਤੇ ਹੋਰ ਰਾਹ ਹੈ, ਰਾਹ ਉਹੀ ਹੈ। ਲੇਕਿਨ ਭਗਤਾਂ ਨੂੰ ਕੋਈ ਆਂਚ ਨਹੀਂ ਆਉਣ ਦਿੰਦਾ, ਸਿੱਧਾ ਸੱਚਖੰਡ ਲੈ ਜਾਂਦਾ। ਲੇਕਿਨ ਭਗਤਾਂ ਨੂੰ ਪਹਿਲੀ ਥਾਂ ਤੇ ਉਹ ਕਹਿੰਦਾ, ਕਦੇ ਦਾਨ ਕੀਤਾ ਸੀ? ਕਹਿੰਦਾ ਹਾਂ, ਜੁੱਤੀ ਦਾਨ ਕੀਤੀ ਸੀ। ਕਹਿੰਦਾ ਲਿਆ ਫਿਰ, ਉਹਦਾ ਫਲ ਤਾਂ ਮੈਨੂੰ ਦੇ ਦੇ। ਕਦੇ ਤੂੰ ਲੰਗਰ ਲਾਇਆ ਸੀ? ਕਹਿੰਦਾ ਲਾ। ਉਹ ਸਾਰੇ ਉੱਥੇ ਲੈ ਲੈਂਦਾ, ਜਮ ਜਗਾਤੀ ਦੇ ਰੂਪ 'ਚ ਸਭ ਕੁਝ ਲੈ ਲੈਂਦਾ, ਛੱਡਦਾ ਹੀ ਨਹੀਂ। ਜੇ ਇਹ ਮਾਰਗ ਕੇ ਗਨੇ ਜਾਏ ਨਾ ਕੋਸਾ, ਸਰੋਜ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਜਿਸ ਮਾਰਗ ਦੇ ਕੋ ਗਿਣੇ ਨਹੀਂ ਜਾ ਸਕਦੇ। ਜੇ ਇਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਅਸੀਂ ਬਠਿੰਡੇ ਤੋਂ ਚੰਡੀਗੜ੍ਹ ਆਇਆ, 2 ਰੋਟੀਆਂ ਨਾਲ ਬੰਨ ਕੇ ਲਿਆਇਆ, ਕਿਤੇ ਭੁੱਖ ਲੱਗਿਆ ਤਾਂ ਫਿਰ ਕੀ ਕਰਾਂਗੇ? ਸਮਝ ਗਏ? ਉੱਥੇ ਵੀ ਸਾਨੂੰ ਲੰਮਾ ਰਾਹ ਹੈ, ਕੀ ਬੰਨ ਕੇ ਲਿਜਾਓਗੇ? ਕਿਹੜੀਆਂ ਰੋਟੀਆਂ ਲਿਜਾਣੀਆਂ ਉੱਥੇ? ਜੇ ਇਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ। ਉੱਥੇ ਤੇਰਾ ਤੋਸਾ ਕੀ ਹੈ? ਜਿਹੜਾ ਬੰਨ ਕੇ ਲਿਜਾਣ ਵਾਲਾ ਭੋਜਨ ਕੀ ਹੈ? ਹਰੀ ਦਾ ਨਾਮ ਹੈ। ਹਰ ਕਾ ਨਾਮ ਉਹ ਸੰਤੋਸਾ। ਜੇ ਪੈਂਡੇ ਨੰਦ ਗੁਬਾਰਾ, ਹਨੇਰਾ ਹੀ ਹਨੇਰਾ ਮਿਲੇਗਾ। ਜੇ ਪੈਂਡੇ ਨੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਉੱਥੇ ਚਾਨਣ ਹਰੀ ਦੇ ਨਾਮ ਦਾ ਹੋਏਗਾ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਕੋਈ ਹੈ ਹੀ ਨਹੀਂ ਜਾਣ ਪਛਾਣ ਵਾਲਾ, ਕੱਲੇ ਜਾ ਰਹੇ ਹਾਂ। जहाँ पंथ तेरा को न सियानू, हर का नाम तह नाल पछानू। जहाँ महाप्यान तप्त बो काम, तहाँ हर के नाम की तुम ऊपर छाम। जहाँ त्रिखा मन तुझा करके, तहाँ नानक हर हर अमृत बरख है। जे तेन गर्मी लगूगी, हरि दे नाम दी छतरी है तेरे कोल। तेन प्यास लगेगी, हरि दे नाम दा अमृत है तेरे कोले। वो तेन गर्मी लगन नहीं दिंदा। हर एक थां ते भुख प्यास रस्ते दा रुकावट दूर करने वास्ते हरि दा नाम है। असी सहजे महाराज दे चरणों चले जाना। विश्वास रखो, अपने सतगुर दे वचन नूं
टालो ना, विश्वास रखो, बेड़ा पार हो जाएगा। कोई तोसे की लोड़ नहीं, कोई छतरी की लोड़ नहीं, कोई थोनू ठंडे पानी की लोड़ नहीं, थोनू उत्थे सब कुछ मिलेगा। लेकिन जे अपराधी हाँ, असी अपराध कर रहे हैं, तो फिर उत्थे सानू सारे लेखे देने पैणगे। तो उत्थे तो फिर बई जिहड़ा जन जगाती के रूप च जो कुछ भी किया, दान पुण्य साडे नाल जांदे नहीं। जिन्ने तुसी करदे हो ना, मैं भी विच ही हाँ, जिन्ने भी आप करते हैं, एक उपकार किया है, चंगा कर्म किया है। जे असी किते मालिक के चरणों से चले जावांगे, फिर वो उपकार सानू दा फल मिलेगा। लेकिन जे मालिक की भगती नहीं की, नाम तुहाडे कोले नहीं, ये तो जुगाती के रूप च पहले थां ते लै लेने उन्होंने, भी धर जा इत्थे, खाली हो गया है, गां खाली जाना ने, सब कुछ लै लिया उन्हें। पहली चुंगी, फर्स्ट चुंगी जिहड़ी है ना, उत्थे लुटे गए। उत्थे सब कुछ इस करके जिथे असी जाना है, वो थां जिथे मालिक ने ले जाना है, असली सुख का घर है, उत्थे साडी कोई चुंगी नहीं। नाम नू याद रखना है, सतगुर दे वचन नू पल्ले नाल बन के रखना है, सतगुर दे वचन नू पल्ले नाल बन के रखना है, फिर साडा बेड़ा पार होएगा। संतां ने बहुत सानू कहा, बेगमपुरा शहर को ना हो। वो बेगमपुरा, उत्थे गम नहीं। जिस शहर च जाना है उत्थे गम नहीं, ना तसवीस खिराज ना माल, उत्थे कोई चुंगी नहीं, कोई सानू पैसा नहीं देना पैंदा, मौज ना जावांगे। खौफ ना खता ना तरस जवाल, ना कोई डर ना कोई भय, किसी किस्म का धोखा नहीं साडे नाल होना। इन्ना कि भी साडे नाल कोई जिहड़ा निर्दयीपना नहीं कर सकता, क्योंकि असीं मालिक का नाम याद करते हैं। बई जिन्ना भी तो हो सकता है, 5 मिनट 10 मिनट थानू नहीं सतगुर का नाम मिलिया, कोई जिहड़ा भी तुसी नाम जपदे हो, ओम नमो भगवते वासुदेवाय जपी जाओ, कदे चौकड़ी मार के एक ध्यान होके उहदा सिमरन करो। जे सतगुर वाले बने हुए हो, फिर तो अंत ही कोई नहीं। सतगुर ने जो नाम देता उन्होंने फड़ लो। वो किंतु परंतु उन्होंने कहता, किसी राजे ने कहा ना कि मैनू राम का नाम चाहिए, गुरु को आया, कहते पातशाह मैनू नाम दो। वो बैठ गया, कहने राम राम कह दिया कर। सरसरी हुण सतगुर का वचन है। हाँ, कहना आ भी कोई गल बनी, ये तो सारी दुनिया कही जाती है, मैं तो कोई विशेष नाम लैन आया सी तुहाडे कोलों, भी ये तो राम राम का सारे कही। कहना कोई गल नहीं, फिर राजा जी चलो थोड़ा सवाल का जवाब किसी दिन देवांगे। कुछ दिन बीत गए, राजा भुल गया। वो दरबार च राजा गया, साधु गए। जिस वेले गए दरबारी खड़े हो गए, राजा भी खड़ा हो गया। जो खड़े हुए तो आसन खाली हो गया ना, थोड़ा जिहा एक कदम इधर उधर भी हिलदा, वो फटाफट आसन ते बह गया साधु। वो साधु राजा वेखदा भी मेरे आसन ते साधु किवें बह गया। ते वो कहना राजा राजे नूं साधु कहन लग्या, जिन्ने दरबारी खड़े सी, कहंदे राजे नूं हथकड़ियां ला लो। वो किवें ला सकदे हो, तो राजे दी दरबारी है, वो हथकड़ियां नहीं ला सकते। बहुत जोर लाया उन्हें, जब उन्हें कहा भी है तो मैंने फसा के राजी है। वो राजा कहन लग्या, कहने साधु नूं हथकड़ियां ला लो। 1 सैकंड दे विच दरबारियां ने जिहड़े खड़े सी उन्हां दे हथकड़ी लाउण वाले ला लिया हथकड़ियां। वो कहना राजा जी ये तेरे सवाल का जवाब है। साधु कहन लग्या, कहने मैनू समझ नहीं आई। कहने इत्थे तेरा हुक्म चलदा है, मेरा हुक्म चलिया नहीं। मैं कहा राजे नूं कैद कर लो, किसी ने कैद नहीं किया, क्योंकि तेरा हुक्म चलदा है। तू एक बारी कहा, सारे मैनू हथकड़ियां लैके आ गए, लेकिन उस दरबार दे विच मेरी से है। उत्थे मैं तेनू राम राम कहा सी, यही तो तेन एक मंत्र दिता सी, मैं अपनी कमाई चो दिता सी। चाहे मैं राम कहा, चाहे कृष्ण कहा, चाहे सीता राम कहा, वो अपनी कमाई चो दिता सी। उत्थे मेरा हुक्म चलता है, इत्थे तेरा हुक्म चलता है। लग गया पता, यह है राम का नाम। राजा उत्थे ही पैरी पै गया कि मैनू इस गल का पता नहीं सी। साधु अपनी कमाई चो दिंदा, उहदे कोल किणका है, चाहे पंड बनी हुई है, उहदे चो दिंदा कुछ, वो फलना ही फलना है। एक छोटी जी एग्जाम्पल है कि सानू ये हुंदा कि यह तो कोई विशेष जिहा नाम होना है। सतगुर के मुखारबिन तो निकलिया कोई भी नाम साडे लई एक शक्ति है, एक ताकत है। बस राम सुकंठ विभीषण दो, राखे शरण जान सब को। सुकंठ जिहड़ा है वो राम ने सुकंठ ते विभीषण नूं दोनों नूं शरण च लिया। राखे शरण जान सब को, नाम गरीब अनेक निवाजे। नाम ने अनेक गरीबों का पार उतारा किया। लोक वेद बर बिरद बिराजे। राम एक तापस तिया तारी। तापस तपस्वी दी स्त्री, गौतम दी नारी अहल्या, जिन्हों पत्थर बना दिता गया सी। पत्थर की बनाया सी, बेचारी नूं तिरस्कार करता होना,
पत्थर की तिरस्कार करता कि खूंजे च बैठी रह, तेरा कोई मुंह नहीं देखूगा। ये हालत हो गई सी। असं उन्हें पत्थर बनाता, पत्थर ही बन गई बेचारी हो। राम एक तापस तिया तारी, एक तपस्वी की स्त्री तारी हल्या, नाम कोटि खल कुमति सुधारी। नाम ने करोड़ा मूर्खों की कुमति जिहड़ी सुधार दी। सो ये नाम की पावर है, ये नाम की शक्ति है। सो इस करके राम वड्डा के नाम वड्डा? राम नहीं, नाम वड्डा। उन्हें तो किन्या का पार उतारा करता, राम ने तो केवल हल्ला तारी है। राम ने तो केवल एक पुल बन के सेना पार करती है, तो नाम ने किन्ने किन्ने लोग हुण भी तरी जाते हैं। सो उसका नाम जिहड़ा है वो कहण तो परे है, बहुत वड्डा है। आपां निश्चय करना है कि अज उसका नाम जरूर याद करना है। किड्डे भागां वाले जीव ने जिहड़े अपने कारज तो पहला कैसे भी हालात बने, जो भी हुंदा होई जावे, लेकिन मालिक का नाम जिहड़ा उन्होंने छड्डिया नहीं कि इहनूं छड्ड दे, कारज छड्ड दो, बाकी कर लो। नहीं, पहला ये करना है, फिर दूजा शुरू करना है। वो भागा वाले जीव ने, सतगुर की रहमत है उन्होंने जेडे इस गल नूं मनदे ने, जिन्हां दे उत्ते ये कारज जिहड़ा करन दा बल जिहड़ा महाराज ने बख्शिया होया। सो बहुत बहुत वधाई होवे सब परिवार नूं, सब संगतां नूं। सच्चे पातशाह इसे तरह की सदबुद्धि जिहड़ी है वो हर जीव नूं, हर सेवक दे हिरदे च भर देवे, ताकि उन्हां दा कल्याण हो जावे। आओ बेनती करिए। करूं बेनती दो कर जोरी, अर्ज सुनो राधा स्वामी मोरी। सात पुरुष तुम सतगुर दाता, सब जीवन के पिता और माता। छोड़ चौथा पद दीना, सात नाम सात गुर गात चीना। जग मग जोत होत उजियारा, गगन सोत पर चंद्र में हारा। श्वेत सिंहासन छातर विराजे, अनहद शब्द गैव तुन गाजे। क्षर अक्षर नहीं